ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਜ਼ ਪੰਜਾਬ ਦੇ ਉੱਪਰ। ਸੋ ਇਸ ਚੈਨਲ ਦੇ ਉੱਪਰ ਜੋ ਆਪਾਂ ਇੱਕ ਐਕਸਕਲੂਸਿਵ ਸੀਰੀਜ਼ ਫॉर ਪੀ ਟ੍ਰਿਪਲ ਐਸ ਬੀ ਕਲਰਕ ਸਟਾਰਟ ਕੀਤੀ ਹੋਈ ਹੈ। ਉਸੇ ਸੀਰੀਜ਼ ਦੇ ਵਿੱਚ ਆਪਣੇ ਕੋਲੇ ਅੱਜ 5th ਪਾਰਟ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਇਸ ਸੀਰੀਜ਼ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਹੈ ਕੁਝ ਇੰਪੋਰਟੈਂਟ ਟੌਪਿਕਸ ਨੂੰ ਦੀ ਤੁਹਾਨੂੰ ਰਿਵੀਜ਼ਨ ਕਰਾਉਣ ਦੀ, ਬਿਕੋਜ਼ ਇੱਕ ਰਿਵੀਜ਼ਨ ਸੀਰੀਜ਼ ਹੈ। ਰੈਂਡਮ ਕੁਐਸਚਨਸ ਨੂੰ ਆਪਾਂ ਰੈਂਡਮ ਟੌਪਿਕਸ ਨੂੰ ਡਿਸਕਸ ਕਰ ਰਹੇ ਹਾਂ ਇਨ ਦਾ ਫਾਰਮ ਆਫ MCQ। ਸੋ ਅੱਜ ਵਾਲੀ ਸੀਰੀਜ਼ ਦੇ ਵਿੱਚ ਜੋ ਆਪਾਂ ਕੁਐਸਚਨ ਡਿਸਕਸ ਕਰਨੇ ਆ ਉਹ ਜ਼ਿਆਦਾ ਕੁਐਸਚਨ ਜਿਹੜੇ ਹੈਗੇ ਬੇਸਡ ਔਨ ਦਾ ਮਿਡੇਵਲ ਹਿਸਟਰੀ, ਜਿਸ ਦੇ ਵਿੱਚ ਆਪਣੇ ਕੋਲ ਹੈਗੇ ਦਿੱਲੀ ਸਲਤਨਤ ਆਏਗੀ ਮੇਨ, ਹੈ ਨਾ। ਤੇ ਉਸ ਤੋਂ ਬਾਅਦ ਕੁਝ ਕੁਐਸਚਨਸ ਇੱਕ ਡਾਇਨੈਸਟੀ ਆਪਾਂ ਇਹ ਡਿਸਕਸ ਕਰਾਂਗੇ, ਸਲੇਵਰੀ ਡਾਇਨੈਸਟੀ, ਔਰ ਕੁਝ ਕੁਐਸਚਨ ਤੁਹਾਡੇ ਕੋਲ ਜਿਹੜੇ ਹੋਣੇ ਆ ਉਹ ਤੁਹਾਡੇ ਹੈਗੇ ਆ ਜੀਓਗ੍ਰਾਫੀ ਬੇਸਡ ਕੁਐਸਚਨਸ, ਇੰਪੋਰਟੈਂਟ ਕੁਐਸਚਨਸ ਆਫ ਜੀਓਗ੍ਰਾਫੀ। ਸੋ ਫਸਟ ਕੁਐਸਚਨ ਦੇਖਦੇ ਹਾਂ ਆਪਾਂ। फर्स्ट क्वेश्चन है, इन विच ईयर डिड महमूद गजनवी अटैक्ड सोमनाथ टैंपल। महमूद गजनवी ने ਜਿਹੜਾ ਸੀਗਾ ਸੋਮਨਾਥ ਟੈਂਪਲ ਦੇ ਉੱਪਰ ਜਿਹੜਾ ਸੀਗਾ ਕਦੋਂ ਅਟੈਕ ਕੀਤਾ ਸੀਗਾ, ਤੇ ਇਹਦਾ ਪਹਿਲਾ ਆਨਸਰ ਟਿਕ ਕਰੀਏ। ਸੀ ਇਜ਼ ਦਾ ਕਰੈਕਟ ਆਨਸਰ। 1025 ਦੇ ਵਿੱਚ ਜਿਹੜਾ ਮਹਿਮੂਦ ਗਜਨਵੀ ਸੀਗਾ ਉਹਨੇ ਸੋਮਨਾਥ ਟੈਂਪਲ ਨੂੰ ਜਿਹੜਾ ਲੁੱਟਿਆ ਸੀਗਾ। ਸੋ ਸੀ ਇਜ਼ ਦਾ ਕਰੈਕਟ ਆਨਸਰ। ਹੁਣ ਇਸੀ ਦੇ ਮਹਿਮੂਦ ਗਜਨਵੀ ਦੇ ਆਪਾਂ ਹੋਰ ਕੁਝ ਦੇਖ ਲੈਂਦੇ ਹਾਂ ਕਿ ਹੋਰ ਜਿਹੜੀ ਹੈਗੀ ਇਨਫੋਰਮੇਸ਼ਨ ਜਾਂ ਹੋਰ ਕਿਹੋ ਜਿਹਾ ਕੁਐਸਚਨ ਫਰੇਮ ਹੋ ਸਕਦਾ ਹੈਗਾ। ਪਹਿਲੀ ਗੱਲ ਤਾਂ ਜਿਹੜਾ ਮਹਿਮੂਦ ਗਜਨਵੀ ਹੈ ਇਹਨੇ ਕਿੰਨੇ ਵਾਰ ਹਮਲਾ ਕੀਤਾ ਇਹ ਯਾਦ ਰੱਖਣਾ, 17 ਵਾਰ। 17 ਦੇ ਵਿੱਚੋਂ ਆਪਾਂ 17 ਦੇ 17 ਨਹੀਂ ਯਾਦ ਕਰਨੇ। ਯਾਦ ਕਿਹੜੇ ਕਿਹੜੇ ਕਰਨੇ ਆ? ਦੂਜਾ, 6ਵਾਂ ਤੇ 16ਵਾਂ। 16th ਆਪਾਂ ਡਿਸਕਸ ਕਰ ਲਿਆ, ਕਿੱਥੇ ਹੋਇਆ ਸੀਗਾ? ਸੋਮਨਾਥ ਟੈਂਪਲ ਦੇ ਉੱਪਰ ਹੋਇਆ ਸੀਗਾ। ਪਲੰਡਰਡ ਦਾ ਸੋਮਨਾਥ ਟੈਂਪਲ, ਲੁੱਟ ਕੇ ਲੈ ਗਿਆ ਸੀਗਾ। ਕਦੋਂ ਦੀ ਗੱਲ ਆ? 1025 ਦੀ। ਔਰ 21ਵਾਂ ਹਮਲਾ ਸੀਗਾ ਇਹਦਾ, 6ਵਾਂ ਹਮਲਾ ਸੀਗਾ, ਹੈ ਨਾ। ਸੋ ਉਸ ਤੋਂ ਬਾਅਦ ਕੀ ਹੈ, ਫਿਰ ਆਪਾਂ ਸੈਕਿੰਡ ਤੇ 6th ਦੇਖਣਾ ਹੈ। ਸੈਕਿੰਡ ਕੀ ਹੈ? ਇੱਕ ਬੈਟਲ ਹੋਈ ਸੀਗੀ, ਬੈਟਲ ਆਫ ਵਾਹੇਨ। ਕਿਸ ਦੇ ਵਿਚਕਾਰ? ਜੈਪਾਲ ਦੇ ਵਿਚਕਾਰ ਐਂਡ ਮਹਿਮੂਦ ਗਜਨਵੀ ਦੇ ਵਿਚਕਾਰ। ਔਰ ਕਦੋਂ ਹੋਈ ਸੀਗੀ ਤੁਹਾਡੀ? 1002 ਦੇ ਵਿੱਚ। ਔਰ ਉਸ ਤੋਂ ਬਾਅਦ ਕੀ ਯਾਦ ਰੱਖਣਾ ਹੈ? ਜਿਹੜਾ 6ਵਾਂ ਹਮਲਾ ਸੀਗਾ ਉਹ ਵੀ ਸੇਮ ਲੜਾਈ ਹੋਈ ਹੈ ਵਾਹੇਨ ਦੀ। ਔਰ ਕਿਸ ਦੇ ਵਿਚਕਾਰ? ਆਨੰਦਪਾਲ ਐਂਡ ਮਹਿਮੂਦ ਗਜਨੀ, ਹੈ ਨਾ। ਔਰ ਕਦੋਂ ਹੋਈ ਸੀ ਤੁਹਾਡੀ? 1008 ਦੇ ਵਿਚਕਾਰ। ਇਹ ਆਨੰਦਪਾਲ ਕੌਣ ਸੀਗਾ? ਹੀ ਵਾਸ ਦਾ ਸਨ ਆਫ ਜੈਪਾਲ। ਸੋ ਸਾਰੇ ਨਹੀਂ ਯਾਦ ਕਰਨੇ, ਸਿਰਫ ਉਹਦੇ 'ਚ ਫਿਲਹਾਲ ਤੁਸੀਂ ਆਪਣੇ ਐਗਜ਼ਾਮ ਲਈ ਇਹ ਦੇਖ ਲਓ ਕਿ ਜਿਹੜੇ 3 ਇੰਪੋਰਟੈਂਟ ਆ ਇਹ ਯਾਦ ਰੱਖ ਲੈਣੇ। ਸੈਕਿੰਡ ਐਕਸਪੀਡੀਸ਼ਨ, 6th ਐਂਡ 16th। ਸੋ ਟੋਟਲ ਕਿੰਨੇ ਵਾਰ ਹਮਲਾ ਕੀਤਾ ਸੀਗਾ? 17 ਵਾਰ। ਔਰ 1030 ਦੇ ਵਿੱਚ ਜਾ ਕੇ ਇਹਦੀ ਕੀ ਹੈਗੀ ਮੌਤ ਹੋ ਗਈ ਸੀ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਦਾ ਮਹਿਮੂਦ ਗਜਨਵੀ। ਮਹਿਮੂਦ ਗਜਨਵੀ ਲਈ ਕਿਹੜੇ ਕਿਹੜੇ? ਮਹਿਮੂਦ ਗਜਨਵੀ ਇਨਵੇਡਡ ਇੰਡੀਆ 17 ਟਾਈਮਸ। ਆਪਾਂ ਦੇਖਾਂਗੇ 17 ਐਕਸਪੀਡੀਸ਼ਨਸ ਹੋਈਆਂ ਨੇ ਇਹਦੀਆਂ, 17 ਵਾਰ ਹਮਲਾ ਕੀਤਾ ਹੈਗਾ। ਹੀ ਵਾਂਟਡ ਟੂ ਐਸਟੈਬਲਿਸ਼ ਅ ਪਰਮਾਨੈਂਟ ਮੁਸਲਿਮ ਰੂਲ ਇਨ ਇੰਡੀਆ। ਨਹੀਂ, ਇਹ ਸਟੇਟਮੈਂਟ ਗਲਤ ਹੈ, ਕਿਉਂਕਿ ਉਹਦਾ ਮੇਨ ਮੋਟਿਵ ਕੀ ਸੀਗਾ? ਸਿਰਫ ਲੁੱਟ ਕੇ ਲੈ ਕੇ ਜਾਣਾ, ਪਲੰਡਰਿੰਗ, ਹੈ ਨਾ। ਸੋਮਨਾਥ ਟੈਂਪਲ ਨੂੰ ਲੁੱਟ ਕੇ ਲੈ ਗਏ ਸੀਗੇ, ਜੋ ਗੋਲਡ ਸੀਗਾ ਉਹ ਲੁੱਟ ਕੇ ਲੈ ਗਿਆ ਸੀਗਾ। ਸੋ ਪਰਮਾਨੈਂਟ ਜਿਹੜਾ ਰੂਲ ਐਸਟੈਬਲਿਸ਼ ਕਰਨਾ ਉਹਦਾ ਜਿਹੜਾ ਮੇਨ ਮੋਟਿਵ ਨਹੀਂ ਸੀਗਾ। ਸੋ ਸੈਕੰਡ ਸਟੇਟਮੈਂਟ ਕੀ ਹੈ? ਰੋਂਗ ਹੈ। ਸੋ ਆਪਾਂ ਨੂੰ ਪੁੱਛਿਆ ਕੀ ਗਿਆ? ਕਰੈਕਟ ਜਾਂ ਟਰੂ? So A is the correct answer. Only one first statement is true. ਉਸ ਤੋਂ ਬਾਅਦ ਕੀ ਹੈ? in which battle did ਪ੍ਰਿਥਵੀਰਾਜ ਚੌਹਾਨ defeated ਮੁਹੰਮਦ ਗੌਰੀ। ਹੁਣ ਮਹਿਮੂਦ ਗਜਨਵੀ ਤੋਂ ਬਾਅਦ ਆਪਾਂ ਡਿਸਕਸ ਕਿਹਨੂੰ ਕਰਨ ਜਾ ਰਹੇ ਹਾਂ? ਮੁਹੰਮਦ ਗੌਰੀ ਨੂੰ। ਹੁਣ ਗੌਰੀ ਨੂੰ ਡਿਸਕਸ ਕਰਨ ਦੇ ਲਈ 2 ਜਾਂ 3 ਕੁਐਸਚਨ ਆਪਣੇ ਬਣਦੇ ਆ। ਪਹਿਲਾਂ ਤਾਂ ਇਸੇ ਕੁਐਸਚਨ ਦਾ ਆਪਾਂ ਆਨਸਰ ਕਰੀਏ ਕੀ ਹੈ ਕਿ ਕਿਹੜੀ ਲੜਾਈ ਦੇ ਵਿੱਚ ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾਇਆ ਸੀਗਾ। ਤਾਂ ਪਹਿਲੇ ਕੀ ਹੈ? ਫਸਟ ਬੈਟਲ ਆਫ ਟੈਰੇਨ ਕਦੋਂ ਹੋਈ ਸੀਗੀ? ਇਹ 1191 ਦੇ ਵਿੱਚ। 1191 ਦੇ ਵਿੱਚ ਕੌਣ ਹਾਰ ਗਿਆ ਸੀਗਾ? ਪਹਿਲੀ ਲੜਾਈ ਦੇ ਵਿੱਚ ਜਿਹੜਾ ਸੀਗਾ ਮੁਹੰਮਦ ਗੌਰੀ ਹਾਰ ਗਿਆ ਸੀਗਾ, ਔਰ ਪ੍ਰਿਥਵੀਰਾਜ ਚੌਹਾਨ ਜਿਹੜਾ ਸੀਗਾ ਉਹ ਜਿੱਤ ਗਿਆ ਸੀਗਾ। ਫਿਰ ਉਸ ਤੋਂ ਬਾਅਦ ਕੀ ਸੈਕਿੰਡ ਦੇ ਵਿੱਚ ਕੀ ਹੋਇਆ ਹੈਗਾ? ਸੈਕਿੰਡ ਦੇ ਵਿੱਚ ਇਹਨੇ ਕੀ ਕੀਤਾ ਸੀਗਾ? ਪ੍ਰਿਥਵੀਰਾਜ ਚੌਹਾਨ ਨੂੰ ਹਰਾਤਾ ਸੀਗਾ, ਤੇ ਜਿੱਤਿਆ ਕੌਣ ਸੀਗਾ? ਮੁਹੰਮਦ ਗੌਰੀ, ਠੀਕ ਹੈ। ਔਰ ਮੁਹੰਮਦ ਗੌਰੀ ਤੋਂ ਬਾਅਦ ਫਿਰ ਆਪਣੇ ਕੋਲ ਜਿਹੜੀ ਸੀਗੀ ਸਲੇਵ ਡਾਇਨੈਸਟੀ ਸਟਾਰਟ ਹੋ ਗਈ ਸੀਗੀ, ਹੈ ਨਾ। ਮੁਹੰਮਦ ਗੌਰੀ ਦਾ ਹੀ ਸਲੇਵ ਸੀਗਾ ਜਿਹੜਾ ਕੁਤਬਦੀਨ ਐਬਕ, ਹੈ ਨਾ। ਵੈਸੇ ਤਾਂ ਦੇਖ ਲੈਣੇ, ਪਹਿਲੇ ਡਿਟੇਲ 'ਚ ਦੇਖ ਲੈਣੇ ਥੋੜਾ ਜਿਹਾ ਜੋ ਪੋਸੀਬਲ ਹੈ। 3 ਕੁਐਸਚਨ ਪੋਸੀਬਲ ਨੇ। ਪਹਿਲੇ ਤੇ ਦੋਨੋਂ ਲੜਾਈਆਂ ਪੁੱਛ ਸਕਦਾ ਹੈ। ਕਦੋਂ ਹੋਈਆਂ? 1191 ਤੇ 1192। ਕਿਸ ਦੇ ਵਿਚਕਾਰ ਹੋਈਆਂ? ਮੁਹੰਮਦ ਗੌਰੀ ਐਂਡ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ। ਕਿਹੜੀ ਲੜਾਈ, ਕੌਣ ਜਿੱਤਿਆ? ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀਰਾਜ ਚੌਹਾਨ ਜਿੱਤਿਆ, ਦੂਸਰੀ ਦੇ ਵਿੱਚ ਕੌਣ ਜਿੱਤਿਆ? ਗੌਰੀ ਜਿੱਤਿਆ। ਗੌਰੀ ਜਿੱਤਣ ਤੋਂ ਬਾਅਦ ਕੀ ਹੋਇਆ ਹੈਗਾ ਤੁਹਾਡੇ ਕੋਲੇ? ਉਸ ਤੋਂ ਬਾਅਦ ਕੀ ਹੈ? ਗੌਰੀ ਦਾ ਇੱਕ ਸਲੇਵ ਸੀਗਾ ਕੁਤਬਉਦੀਨ ਐਬਕ, ਹੈ ਨਾ। ਉਹਨੇ ਕੀ ਕਰ ਲਈ ਆਪਣੇ ਕੋਲੇ ਜਿਹੜੇ ਦਿੱਲੀ ਸਲਤਨਤ ਦੀ ਜਿਹੜੀ ਸ਼ੁਰੂਆਤ ਹੋ ਗਈ ਸੀਗੀ, ਔਰ ਸਲੇਵ ਡਾਇਨੈਸਟੀ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀਗੀ? ਕੁਤਬਉਦੀਨ ਐਬਕ। ਔਰ ਦੂਸਰਾ ਕਈ ਵਾਰ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਕਿ ਹੂ ਇਜ਼ ਕੰਸੀਡਰਡ ਐਜ਼ ਅ ਰੀਅਲ ਫਾਊਂਡਰ ਆਫ ਦਾ ਮੁਸਲਿਮ
इन इंडिया। ਰੀਅਲ ਫਾਊਂਡਰ ਦੀ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਆਨਸਰ ਕੀ ਹੋਏਗਾ, ਮੁਹੰਮਦ ਗੌਰੀ ਹੈ, ਉਹਨੂੰ ਕੀ ਬੋਲਦੇ ਆ, ਰੀਅਲ ਫਾਊਂਡਰ ਆਫ ਮੁਸਲਿਮ ਇਨ ਇੰਡੀਆ। ਕਿਉਂਕਿ ਜਿਹੜਾ ਗਜਨਵੀ ਆਇਆ ਸੀਗਾ ਉਹ ਇੱਥੇ ਰੂਲ ਕਰਨ ਨਹੀਂ ਆਇਆ ਸੀਗਾ, ਉਹ ਆਪਣੇ ਅੰਪਾਇਰ ਨੂੰ ਐਕਸਪੈਂਡ ਕਰਨ ਲਈ ਨਹੀਂ ਆਇਆ ਸੀਗਾ। ਉਹਦਾ ਮੇਨ ਮੋਟਿਵ ਕੀ ਸੀਗਾ, ਸਿਰਫ ਪਲੰਡਰਿੰਗ, ਸਿਰਫ ਲੁੱਟ ਕੇ ਲਿਜਾਣਾ ਸੀਗਾ, ਧਨ ਦੌਲਤ ਲੈ ਕੇ ਉਹਨੇ ਧਨ ਦੌਲਤ ਜਿਹੜਾ ਲੁੱਟਣਾ ਹੀ ਉਹਦਾ ਮੇਨ ਮੋਟਿਵ ਸੀਗਾ। ਲੇਕਿਨ ਅਗਰ ਇਹਦਾ ਰੀਅਲ ਫਾਊਂਡਰ ਆਫ ਮੁਸਲਿਮ ਇਨ ਇੰਡੀਆ ਪੁੱਛਿਆ ਜਾਵੇ ਤਾਂ ਜਿਹਨੇ ਆਪਣੇ ਕੋਲ ਜਿਹੜਾ ਅੰਪਾਇਰ ਆਪਣਾ ਐਕਸਪੈਂਡ ਕੀਤਾ ਸੀਗਾ ਆ ਕੇ, ਤਾਂ ਉਹ ਤੁਹਾਡੇ ਕੋਲ ਕੌਣ ਸੀਗਾ, ਮੁਹੰਮਦ ਗੌਰੀ। ਸੋ ਕੁਐਸਚਨ ਦੇਖ ਲੈਂਦੇ ਆ, ਹੂ ਵਾਜ਼ ਦ ਫਸਟ ਇਨਵੇਡਰ ਆਫ ਇੰਡੀਆ। ਸੋ ਇਸ ਦੇ ਵਿੱਚ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਤੁਹਾਨੂੰ, ਗਜਨਵੀ ਐਂਡ ਗੌਰੀ ਇਹ ਦੋਨੋਂ ਕੀ ਤੁਹਾਡੇ ਕੋਲੇ ਫਸਟ ਨਹੀਂ ਸੀਗੇ। ਔਰ ਬਾਬਰ ਤਾਂ ਆਪਾਂ ਦੇਖਿਆ ਹੀ ਹੈ ਕਿ 1526 ਜਦੋਂ ਫਸਟ ਬੈਟਲ ਆਫ ਪਾਨੀਪਤ ਉਦੋਂ ਪਹਿਲਾਂ ਜ਼ਿਕਰ ਹੁੰਦਾ ਹੈਗਾ। ਸੋ ਇਟ ਮੀਨਸ ਜਿਹੜਾ ਫਸਟ ਇਨਵੇਡਰ ਆਫ ਇੰਡੀਆ ਕੌਣ ਹੋਏਗਾ, ਉਹ ਹੋਏਗਾ ਮੁਹੰਮਦ ਬਿਨ ਕਾਸਿਮ। ਠੀਕ ਹੈ, ਤਾਂ ਗਲਤੀ ਨਾਲ ਗਜਨਵੀ ਔਰ ਗੌਰੀ ਨਹੀਂ ਲਗਾਉਣਾ। ਸੀਰੀਜ਼ ਦਾ ਮੇਨ ਮੋਟਿਵ ਕੀ ਹੈ ਕਿ ਸਿਰਫ ਈਜ਼ੀ ਕੁਐਸਚਨਸ ਨੂੰ ਆਪਾਂ ਡਿਸਕਸ ਕਰ ਰਹੇ ਹਾਂ, ਈਜ਼ੀ ਪਲੱਸ ਇੰਪੋਰਟੈਂਟ ਨੂੰ, ਬਟ ਮੇਨ ਮੋਟਿਵ ਕੀ ਹੋਣਾ ਚਾਹੀਦਾ ਕਿ ਤੁਹਾਡਾ ਈਜ਼ੀ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ। ਰਿਵੀਜ਼ਨ ਵੀਡੀਓ ਹੈ, ਸੋ ਇਸ ਚੀਜ਼ ਦਾ ਧਿਆਨ ਰੱਖ ਲੈਣਾ ਕਿ ਇਸ 'ਚ ਗਜਨਵੀ ਜਾਂ ਗੌਰੀ ਨੂੰ ਟਿਕ ਨਹੀਂ ਕਰਨਾ ਆਪਾਂ। ਜੋ ਟਿਕ ਕਰਨਾ ਉਹ ਕੀ ਹੋਏਗਾ, ਮੁਹੰਮਦ ਬਿਨ ਕਾਸਿਮ ਕੌਣ ਆ, ਫਸਟ ਇਨਵੇਡਰ ਆਫ ਇੰਡੀਆ। ਉਸ ਤੋਂ ਬਾਅਦ ਹੂ ਇਜ਼ ਕੰਸਿਡਰਡ ਰੀਅਲ ਫਾਊਂਡਰ ਆਫ ਮੁਸਲਿਮ ਇਨ ਇੰਡੀਆ। ਕੌਣ ਹੈ ਰੀਅਲ ਫਾਊਂਡਰ, ਆਪਾਂ ਹੁਣੇ ਗੱਲ ਡਿਸਕਸ ਕੀਤੀ ਹੈ, ਮੁਹੰਮਦ ਗੌਰੀ। ਠੀਕ ਹੈ, ਗਜਨਵੀ ਲੁੱਟਣ ਆਇਆ ਸੀਗਾ, ਇਹ ਜਿਹੜਾ ਸੀਗਾ ਫਸਟ ਇਨਵੇਡਰ ਸੀਗਾ, ਇਹਨੇ ਪਹਿਲਾਂ ਹਮਲਾ ਕੀਤਾ ਸੀਗਾ। ਔਰ ਬਾਬਰ ਦਾ ਇਹਦੇ ਕੋਈ ਐਸਾ ਹਲੇ ਕੋਈ ਰੋਲ ਨਹੀਂ ਹੈ। ਸੋ ਬੀ ਇਜ਼ ਦਾ ਕਰੈਕਟ ਆਂਸਰ, ਮੁਹੰਮਦ ਗੌਰੀ ਇਜ਼ ਕੰਸਿਡਰਡ ਐਜ਼ ਅ ਰੀਅਲ ਫਾਊਂਡਰ ਆਫ ਮੁਸਲਿਮ ਇਨ ਇੰਡੀਆ। ਉਸ ਤੋਂ ਬਾਅਦ ਆ ਕੇ ਆਪਣੇ ਕੋਲ ਦਿੱਲੀ ਸਲਤਨਤ ਦੀ ਆਪਾਂ ਗੱਲ ਕਰਨ ਲੱਗੇ ਹਾਂ। ਦਿੱਲੀ ਸਲਤਨਤ ਦੇ ਵਿੱਚ ਆਪਣੇ ਕੋਲ 5 ਡਾਇਨੈਸਟੀਜ਼ ਆ, ਉਹਦਾ ਪੁੱਛਿਆ ਕ੍ਰੋਨੋਲੋਜੀਕਲ ਆਰਡਰ, ਮਤਲਬ ਉਹਨਾਂ ਨੂੰ ਆਪਾਂ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹਨਾਂ ਨੂੰ ਆਪਾਂ ਅਰੇਂਜ ਕਰਨਾ ਹੈ ਅਸੈਂਡਿੰਗ ਆਰਡਰ ਦੇ ਵਿੱਚ। ਪਹਿਲੇ ਆਪਾਂ ਜਿਹੜਾ ਹੈਗੇ ਆ ਆਨਸਰ ਟਿਕ ਕਰੀਏ, ਸੀ ਇਜ਼ ਦਾ ਕਰੈਕਟ ਆਨਸਰ। ਇਸ ਦਾ ਆਨਸਰ ਦੇਣ ਲਈ ਤੁਹਾਨੂੰ ਚਾਹੀਦਾ ਕੀ ਹੈ ਕਿ ਤੁਹਾਨੂੰ ਟਾਈਮ ਪੀਰੀਅਡ ਹੀ ਪਤਾ ਹੋਣਾ ਚਾਹੀਦਾ। ਨਹੀਂ ਟਾਈਮ ਪੀਰੀਅਡ ਪਤਾ ਤਾਂ ਦੋ ਯਾਦ ਰੱਖ ਲਓ ਪਹਿਲੇ ਫਿਲਹਾਲ, ਕਿ ਜਿਹੜੀ ਸਟਾਰਟਿੰਗ ਤੇ ਆਈ ਸੀਗੀ ਸਲੇਵ ਡਾਇਨੈਸਟੀ ਜਾਂ ਇਲਬਰੀ ਡਾਇਨੈਸਟੀ ਆਪਾਂ ਨੂੰ ਬੋਲਦੇ ਸੀਗੇ, ਔਰ ਲਾਸਟ ਤੁਹਾਡੇ ਕੋਲ ਸੀਗੀ ਲੋਧੀ, ਹੈ ਨਾ। ਤੇ ਹੋ ਸਕਦਾ ਹੈ ਕਿ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਸਿਰਫ ਇੱਕੋ ਹੀ ਕੰਬੀਨੇਸ਼ਨ ਹੋਵੇ ਜਿਹਦੀ ਸਟਾਰਟਿੰਗ ਦੇ ਵਿੱਚ ਸਲੇਵ ਹੋਵੇ ਔਰ ਲਾਸਟ ਦੇ ਵਿੱਚ ਲੋਧੀ ਹੋਵੇ। ਅਦਰਵਾਈਜ਼ ਇੰਨਾ ਮੁਸ਼ਕਿਲ ਕੰਮ ਨਹੀਂ ਹੈ, ਸਿਰਫ ਇਹਨੂੰ ਇੱਕ ਵਾਰ ਦੇਖ ਲੈਣਾ ਟਾਈਮ ਪੀਰੀਅਡ। ਉਹਨੂੰ ਤੇ ਆਪਾਂ ਕੀ ਕੀਤਾ, ਇਹਨੂੰ ਨੈਕਸਟ ਸਲਾਈਡ 'ਚ ਆਪਾਂ ਡਿਸਕਸ ਕਰਨ ਲੱਗੇ ਹਾਂ। ਜਿਹੜੀ ਦਿੱਲੀ ਸਲਤਨਤ ਹੈ ਇਹ ਕਿੱਥੋਂ ਲੈ ਕੇ ਇੱਥੇ ਤੱਕ ਹੋਈ ਹੈ, 1206 ਤੋਂ ਲੈ ਕੇ 1526 ਤੱਕ। ਕਿੱਥੋਂ ਸ਼ੁਰੂ ਹੋਈ ਸੀਗੀ, ਸਲੇਵ ਡਾਇਨੈਸਟੀ ਤੋਂ ਸ਼ੁਰੂ ਹੋਈ ਹੈ, ਲੋਧੀ ਡਾਇਨੈਸਟੀ ਤੇ ਆ ਕੇ ਖਤਮ ਹੋ ਗਈ ਹੈ। ਸਲੇਵ ਡਾਇਨੈਸਟੀ ਨੂੰ ਹੋਰ ਕੀ ਬੋਲਦੇ ਆ, ਇਲਬਰੀ ਡਾਇਨੈਸਟੀ। ਇਲਬਰੀ ਕੀ ਸੀਗਾ, ਨੇਮ ਆਫ ਦਾ ਟ੍ਰਾਈਬ ਸੀਗਾ। ਔਰ ਸਲੇਵ ਕੀ ਸੀਗਾ, ਜਿਹੜਾ ਫਾਊਂਡਰ ਆਫ ਦਿਸ ਡਾਇਨੈਸਟੀ ਉਹ ਕੀ ਸੀਗਾ, ਹੀ ਵਾਜ਼ ਅ ਸਲੇਵ ਆਫ ਮੁਹੰਮਦ ਗੌਰੀ। ਮੁਹੰਮਦ ਗੌਰੀ ਦਾ ਖੁਦ ਸਲੇਵ ਸੀਗਾ, ਹੈ ਨਾ, ਕੁਤਬਉদ্দিਨ ਐਬਕ। ਤਾਂ ਉਹ ਤੁਹਾਡੇ ਕੋਲ ਕੀ ਹੈ, ਉਹਦੇ ਨਾਮ ਤੇ ਇਹਨੂੰ ਬੋਲ ਦਿੰਦੇ ਆ, ਸਲੇਵ ਡਾਇਨੈਸਟੀ ਬੋਲ ਦਿੰਦੇ ਆ, ਜਾਂ ਇਲਬਰੀ ਡਾਇਨੈਸਟੀ ਨੇਮ ਆਫ ਦਾ ਟ੍ਰਾਈਬ, ਹੈ ਨਾ। ਉਸ ਤੋਂ ਬਾਅਦ ਕੀ ਹੈ, ਇਹਦਾ ਪੀਰੀਅਡ ਯਾਦ ਰੱਖਣਾ, 1206 ਤੋਂ ਲੈ ਕੇ 1290। ਫਿਰ ਆ ਕੇ ਖਿਲਜੀ ਆ ਗਏ ਆਪਣੇ ਕੋਲੇ 1290 ਤੋਂ ਲੈ ਕੇ 1320। ਜਿਹੜਾ ਇਹ ਵਾਲਾ ਪੀਰੀਅਡ ਹੈ ਇਹ ਤੁਹਾਡਾ ਸਾਰਿਆਂ ਦੇ ਕੰਪੈਰੇਟਿਵਲੀ ਸਭ ਤੋਂ ਛੋਟਾ ਪੀਰੀਅਡ ਹੈ। ਥੋੜੇ ਟਾਈਮ ਲਈ ਰਹੇ ਹੈ ਲੇਕਿਨ ਬੜਾ ਇੰਪੋਰਟੈਂਟ ਸੀਗੇ, ਬੜੇ ਪਾਵਰਫੁਲ ਸੀਗੇ। ਉਸ ਤੋਂ ਬਾਅਦ ਆ ਗਿਆ ਤੁਗਲਕ ਡਾਇਨੈਸਟੀ, 1320 ਤੋਂ ਲੈ ਕੇ ਇਹ ਪੀਰੀਅਡ ਹੈ। 1414 ਤੋਂ 1451 ਸਾਇਦ ਡਾਇਨੈਸਟੀ। ਔਰ ਲਾਸਟ ਤੁਹਾਡੇ ਕੋਲ ਆ ਗਿਆ ਲੋਧੀ, 1451 ਤੋਂ ਲੈ ਕੇ 1526। ਹੁਣ ਆਪਾਂ ਦੇਖਦੇ ਹਾਂ 1 ਬਾਏ 1 ਕੁਐਸਚਨ ਡਿਸਕਸ ਕਰਦੇ ਹਾਂ। ਪਹਿਲਾਂ ਜਿਹੜਾ ਪ੍ਰੀਵੀਅਸਲੀ ਆਪਾਂ ਇਹ ਕੁਐਸਚਨ ਦੇਖਿਆ ਸੀਗਾ ਇਹਦਾ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਫਸਟ ਤੁਹਾਡੇ ਕੋਲ ਸੀਗੀ ਸਲੇਵ ਡਾਇਨੈਸਟੀ, ਫਿਰ ਖਿਲਜੀ ਆ ਗਏ, ਤੁਗਲਕ ਆ ਗਏ, ਸਾਇਦ ਆ ਗਏ, ਔਰ ਲਾਸਟ ਤੁਹਾਡੇ ਕੋਲ ਕੀ ਆ ਗਏ, ਲੋਧੀ। ਸੀ ਇਜ਼ ਦਾ ਕਰੈਕਟ ਆਂਸਰ। ਸੋ ਨੈਕਸਟ ਆਪਾਂ ਇਹ ਦੇਖ ਲਿਆ ਪੀਰੀਅਡ। ਹੁਣ ਆਪਾਂ ਦੇਖਦੇ ਹਾਂ ਅੱਗੇ ਕੁਐਸਚਨ ਕਿਹੜੇ ਆ। ਵਿਚ ਆਫ ਦਾ ਫੋਲੋਇੰਗ ਡਾਇਨੈਸਟੀਜ਼ ਹੈਡ ਨਾਟ ਰੂਲਡ ਓਵਰ ਦਿੱਲੀ। ਦਿੱਲੀ ਦੇ ਉੱਪਰ ਕਿਹੜੀ ਡਾਇਨੈਸਟੀ ਨੇ ਨਹੀਂ ਰੂਲ ਕੀਤਾ। ਉਹ ਪੰਜਾਂ ਦੇ ਨਾਮ ਦੇ ਰਹੇ ਨੇ, ਪੰਜੇ ਤੋਂ ਇਲਾਵਾ ਜਿਹੜਾ ਨਵਾਂ ਨਾਮ ਆ ਉਹ ਤੁਹਾਡਾ ਆਨਸਰ ਹੋ ਜਾਏਗਾ। ਸਲੇਵ ਡਾਇਨੈਸਟੀ ਪੜ੍ਹਿਆ ਗਿਆ ਆਪਾਂ, ਕੁਤਬਉদ্দিਨ ਐਬਕ ਵਾਲਾ। ਸਾਇਦ ਡਾਇਨੈਸਟੀ ਪੜਾਂਗੇ ਆਪਾਂ। ਖਿਲਜੀ ਆਪਾਂ ਦੇਖਿਆ ਕਿ ਸੈਕਿੰਡ ਆਈ ਸੀਗੀ। ਔਰ ਗੌਰੀ ਤਾਂ ਦਿੱਲੀ ਸਲਤਨਤ ਤਾਂ ਬਣੀ ਇਸ ਤੋਂ ਬਾਅਦ ਹੈ ਨਾ। ਸੋ ਡੀ ਕੀ ਹੈ, ਡੀ ਜਿਹੜਾ ਹੈਗਾ ਆਪਣੇ ਕੋਲੇ, ਡੀ ਇਜ਼ ਦਾ ਕਰੈਕਟ ਆਨਸਰ। ਨੈਕਸਟ ਦੇਖਦੇ ਹਾਂ, ਹੂ ਇਜ਼ ਦਾ ਫਾਊਂਡਰ ਆਫ ਸਲੇਵ ਡਾਇਨੈਸਟੀ। ਆਪਾਂ ਦੇਖਿਆ ਹੈਗਾ ਫਾਊਂਡਰ ਕੌਣ ਆ, ਸਲੇਵ ਦਾ ਇਹਦਾ ਨਾਮ ਹੀ ਇਸੇ ਤੋਂ ਪਿਆ ਗਿਆ, ਕੁਤਬਉদ্দিਨ ਐਬਕ, ਹੈ ਨਾ। ਹੀ ਵਾਜ਼ ਦਾ ਸਲੇਵ ਆਫ ਮੁਹੰਮਦ ਗੌਰੀ। ਇਹਨੇ ਤੋਂ ਸ਼ੁਰੂ ਕੀਤੀ ਹੈ। ਔਰ ਜਿਹੜਾ ਪਹਿਲਾਂ ਇਹ ਕੁਤਬਉদ্দিਨ ਐਬਕ ਕਿੰਨੇ, ਔਰ ਸਾਰੇ ਬਾਕੀ ਜਿਹੜੇ ਹੈਗੇ ਇਲਤੁਤਮਿਸ਼ ਜਾਂ ਰਜੀਆ ਜਾਂ ਬਲਵਾਨ, ਇਹ ਵੀ ਹੈਗੇ ਸਲੇਵ ਡਾਇਨੈਸਟੀ ਦੇ ਮੈਂਬਰ ਹੀ ਹੈ। ਲੇਕਿਨ ਆਪਾਂ ਨੂੰ ਪੁੱਛਿਆ ਕੀ ਗਿਆ ਇੱਥੇ, ਫਾਊਂਡਰ ਪੁੱਛਿਆ ਗਿਆ। ਕਿਹਨੇ ਸ਼ੁਰੂ ਕੀਤੀ ਸੀਗੀ, ਕੁਤਬਉদ্দিਨ ਐਬਕ। ਔਰ ਇਸੇ ਦੇ ਨਾਮ ਤੇ ਇਹਦਾ ਨਾਮ ਕੀ ਬਣਿਆ ਹੈਗਾ, ਸਲੇਵ ਡਾਇਨੈਸਟੀ, ਬਿਕੋਜ਼ ਕੀ ਹੈ ਇਹ ਖੁਦ ਸਲੇਵ ਸੀਗਾ ਮੁਹੰਮਦ ਗੌਰੀ ਦਾ।
ਸੋ ਆਪਾਂ ਕੁਤਬਉদ্ਦੀਨ ਐਬਕ ਨੂੰ ਥੋੜਾ ਦੇਖ ਲੈਂਦੇ ਇਹਦੇ ਪੁਆਇੰਟ ਕਿਹੜੇ ਕਿਹੜੇ ਆ। ਪਹਿਲੀ ਗੱਲ ਇਹਦਾ ਪੀਰੀਅਡ ਯਾਦ ਰੱਖਣਾ 1206 ਤੋਂ ਲੈ ਕੇ 1210। ਅਗਰ ਸਲੇਵ ਡਾਇਨੈਸਟੀ ਦਾ ਟੋਟਲ ਪੀਰੀਅਡ ਦੇਖਣਾ 1206 ਤੋਂ ਲੈ ਕੇ 1290। ਉਸ ਤੋਂ ਬਾਅਦ ਇਹਦੇ ਪੁਆਇੰਟ ਦੇਖ ਲੈਣੇ ਆ। ਸ਼ੁਰੂ ਕੀ ਕੀਤਾ? ਕੁਤਬ ਮੀਨਾਰ। ਕੁਤਬ ਮੀਨਾਰ ਨੂੰ ਕੰਪਲੀਟ ਕੀ ਨਹੀਂ ਕੌਣ ਕਰੂਗਾ? ਇਲਤੁਤਮਿਸ਼। ਦੂਸਰਾ ਇਹਨੂੰ ਕੀ ਬੋਲਦੇ ਸੀਗੇ? ਲੱਖ ਬਖਸ਼। ਲੱਖ ਬਖਸ਼ ਦਾ ਮਤਲਬ ਕੀ ਸੀਗਾ? ਬੜਾ ਦਿਆਲੂ ਸੀਗਾ, ਲੋਕਾਂ ਨੂੰ ਜਿਹੜਾ ਸੀਗਾ ਧਨ ਦੌਲਤ ਦੇ ਆਉਂਦਾ ਸੀਗਾ, ਹੈਲਪ ਕਰਦਾ ਸੀਗਾ ਉਹਨਾਂ ਦੀ ਫਾਈਨੈਂਸ਼ਲੀ, ਤਾਂ ਉਸ ਕਰਕੇ ਇਹਨੂੰ ਟਾਈਟਲ ਮਿਲਿਆ ਸੀਗਾ ਲੱਖ ਬਖਸ਼ ਦਾ। ਫਿਰ ਇਹਨੇ ਕੀ ਹੈ 2 ਮੌਸਕਿਊਜ਼ ਬਣਾਈਆਂ ਨੇ, ਇੱਕ ਹੈ ਕੁਵੈਤ ਉਲ ਇਸਲਾਮ, ਸੈਕਿੰਡ ਹੈ ਅਡਾਈ ਦਿਨ ਕਾ ਜੋਪੜਾ। ਉਹ ਕਿੱਥੇ ਬਣਾਈ? ਅਜਮੇਰ। ਇਹ ਦੋਨੋਂ ਮੌਸਕਿਊ ਕਿਹਨੂੰ ਬਣਾਈਆਂ ਨੇ? ਕੁਤਬਉদ্ਦੀਨ ਐਬਕ ਨੇ। ਫਿਰ ਇਹਦੀ ਮੌਤ ਕਿਵੇਂ ਹੋਈ ਸੀਗੀ? ਪਲੇਇੰਗ ਚੌਗਾਨ, ਜਿਹੜਾ ਪੋਲੋ ਟਾਈਪ ਗੇਮ ਸੀਗੀ, ਉਹ ਖੇਲਦੇ ਖੇਲਦੇ ਹਾਰਸ ਤੋਂ ਗਿਰ ਗਿਆ ਤੇ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇੱਕ ਹੋਰ ਕੀ ਹੈ ਕਿ ਜਜ਼ੀਆ, ਇੱਕ ਟੈਕਸ ਲੱਗਦਾ ਸੀਗਾ ਜਜ਼ੀਆ, ਜਿਹੜਾ ਨਾਨ ਮੁਸਲਿਮ ਨੂੰ ਪੇ ਕਰਨਾ ਪੈਂਦਾ ਸੀਗਾ, ਉਹ ਵੀ ਕਿਹਨੇ ਸ਼ੁਰੂ ਕੀਤਾ ਸੀਗਾ? ਕੁਤਬਉদ্ਦੀਨ ਐਬਕ ਨੇ। ਔਰ ਇਹਨੂੰ ਅਬੋਲਿਸ਼ ਕਿਹਨੇ ਕੀਤਾ ਸੀਗਾ? ਅਕਬਰ ਨੇ ਇਸ ਚੀਜ਼ ਨੂੰ ਕੀ ਕਰਤਾ? ਅਬੋਲਿਸ਼ ਕਰਤਾ ਸੀਗਾ। ਸੋ ਇਹ 3-4 ਪੁਆਇੰਟ ਆ ਜਿਹੜੇ ਤੁਸੀਂ ਯਾਦ ਰੱਖ ਲੈਣੇ ਆ, ਕਿਸ ਦੇ ਨਾਲ ਰਿਲੇਟਡ ਹੈ? ਕੁਤਬਉদ্ਦੀਨ ਐਬਕ ਨਾਲ। ਕੁਐਸਚਨ ਦੇਖ ਲੈਣੇ ਆ। ਹੂ ਵਾਸ ਦਾ ਫਾਊਂਡਰ ਆਫ ਸਲੇਵ ਡਾਇਨੈਸਟੀ? ਹੁਣੇ ਆਪਾਂ ਦੇਖਿਆ ਫਾਊਂਡਰ ਕੌਣ? ਕੁਤਬਉদ্ਦੀਨ ਐਬਕ। ਉਸ ਤੋਂ ਬਾਅਦ ਆਪਾਂ ਇਲਤੁਤਮਿਸ਼ ਪੜਾਂਗੇ, ਰਜੀਆ ਸੁਲਤਾਨਾ ਪੜਾਂਗੇ ਔਰ ਬਲਬਨ ਪੜਾਂਗੇ। ਇਲਤੁਤਮਿਸ਼ ਬੇਸਿਕਲੀ ਕੌਣ ਸੀਗਾ? ਇਹ ਕੁਤਬਉদ্ਦੀਨ ਐਬਕ ਦਾ ਸੀਗਾ ਜਵਾਈ ਸੀਗਾ, ਸਨ ਇਨ ਲਾ। ਔਰ ਰਜੀਆ ਕੌਣ ਸੀਗੀ? ਸ਼ੀ ਵਾਸ ਦਾ ਡਾਟਰ ਆਫ ਇਲਤੁਤਮਿਸ਼। ਔਰ ਬਲਬਨ ਸੀਗਾ, ਇਲਤੁਤਮਿਸ਼ ਨੇ ਇੱਕ 40 ਗਰੁੱਪ ਆਫ 40 ਪਰਸਨਸ ਬਣਾਇਆ ਸੀ ਜਿਹੜੇ ਇੰਟੈਲੀਜੈਂਟ ਜਾਂ ਨੋਬਲ ਪਰਸਨਸ, ਉਹਨਾਂ ਦੇ ਵਿੱਚ ਇੱਕ ਬਲਬਨ, ਇੱਕ ਬੰਦਾ ਸੀਗਾ, ਉਹਦਾ ਨਾਮ ਬਲਬਨ ਹੈ ਨਾ। ਇਹ ਸਾਰੇ ਕਿਸ ਦੇ ਡਾਇਨੈਸਟੀ ਨੂੰ ਬਿਲੋਂਗ ਕਰਦੇ ਆ? ਸਲੇਵ ਡਾਇਨੈਸਟੀ ਨੂੰ ਹੈ ਨਾ। ਕੋਈ ਵੀ ਕੀਵਰਡ ਤੁਹਾਨੂੰ ਲੱਗਦਾ, ਕੋਈ ਵਰਡ ਲੱਗਦਾ, ਉਹਦੇ ਰਿਲੇਟਡ ਜੋ ਤੁਹਾਨੂੰ ਪਤਾ ਹੈ ਉਹਨੂੰ ਬਿਨਾਂ ਬੋਲੇ ਆਪਣੇ ਮਾਈਂਡ ਦੇ ਵਿੱਚ ਰਿਵਾਈਜ਼ ਕਰ ਲੈਣਾ ਫਟਾਫਟ। ਅਗਰ ਨਹੀਂ ਲੱਗਦਾ ਕੋਈ ਡਾਊਟ ਹੈ, ਆਪਣੇ ਕੋਲ ਬੁੱਕ ਰੱਖੋ, ਨਹੀਂ ਤਾਂ ਨੈਟ ਚੱਲਦਾ ਹੈ, ਗੂਗਲ ਕਰਕੇ ਦੇਖੋ, ਜੋ ਕੁਐਸਚਨ ਆਉਂਦਾ ਉਹਨੂੰ ਇਸੀ ਟਾਈਮ ਕਲੀਅਰ ਕਰ ਲੈਣਾ ਹੈ। ਹੁਣ ਆਪਾਂ ਕੀ ਦੇਖਣਾ ਹੈ? ਜਿਹੜਾ ਸੈਕਿੰਡ ਇਹਦਾ ਰਾਜਾ ਹੋਇਆ ਹੈ ਨਾ, ਸੈਕਿੰਡ ਰੂਲਰ ਇਲਤੁਤਮਿਸ਼, ਉਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਇਲਤੁਤਮਿਸ਼ ਪਹਿਲਾਂ ਹੈ ਕੋ, ਇਹਦਾ ਟਾਈਮ ਪੀਰੀਅਡ ਦੇਖ ਲਓ ਕੀ ਹੈ, 1210 ਤੋਂ ਲੈ ਕੇ 1236। ਹੈ ਕੌਣ ਸੀਗਾ? ਕੁਤਬਉদ্ਦੀਨ ਐਬਕ ਦਾ ਜਿਹੜਾ ਸਨ ਇਨ ਲਾ ਸੀਗਾ। ਔਰ ਇਹਨੇ ਸ਼ੁਰੂ ਕੀ ਕੀਤਾ ਹੈ? ਸਭ ਤੋਂ ਪਹਿਲਾਂ ਕੀ ਕੀਤਾ ਇਹਨੇ? ਜਿਹੜੀ ਕੈਪੀਟਲ ਹੈ ਉਹ ਲਾਹੌਰ ਤੋਂ ਸ਼ਿਫਟ ਕਰ ਲਈ ਦਿੱਲੀ। ਉਸ ਤੋਂ ਬਾਅਦ ਕੀ ਹੈ? ਕੁਤਬ ਮੀਨਾਰ ਨੂੰ ਕੰਪਲੀਟ ਕੀਤਾ। ਸ਼ੁਰੂ ਕਿਹਨੇ ਕੀਤਾ ਸੀਗਾ? ਇਹਦੇ ਸਹੁਰਾ ਸਾਹਿਬ ਨੇ, ਕੁਤਬਉদ্ਦੀਨ ਐਬਕ ਨੇ, ਲੇਕਿਨ ਕੰਪਲੀਟ ਕਿਹਨੇ ਕੀਤਾ? ਇਲਤੁਤਮਿਸ਼ ਨੇ। ਫਿਰ ਇਹਨੇ ਗਰੁੱਪ ਆਫ 40 ਪਰਸਨਸ ਬਣਾਇਆ ਸੀਗਾ, ਜਿਹਨੂੰ ਬੋਲਦੇ 40 40 ਮੀਨ 40 ਦਾ ਇੱਕ ਗਰੁੱਪ ਬਣਾਇਆ ਇੰਟੈਲੀਜੈਂਟ ਬੰਦਿਆਂ ਦਾ, ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਦੀ ਹੈਲਪ ਕਰਦੇ ਸੀਗੇ। ਫਿਰ ਇਹਨੇ ਕਿ ਪੂਰੇ ਦੇ ਪੂਰੇ ਇੰਪਾਇਰ ਨੂੰ ਸਬ ਪਾਰਟਸ ਵਿੱਚ ਡਿਵਾਈਡ ਕਰਤਾ, ਉਹਨੂੰ ਬੋਲਦੇ ਇਕਟਾਸ। ਔਰ ਇਕਟਾਸ ਦੇ ਵਿੱਚ ਕੀ ਹੈ? ਉਹਨਾਂ ਨੇ ਇਕਤਾਦਾਰ ਬਣਾਤੇ, ਜਿਹੜੇ ਉਸ ਸਬ ਪਾਰਟ ਦੇ ਵਿੱਚ ਜਿਹੜੇ ਸੀਗੇ ਰਿਸਪੌਂਸੀਬਲ ਸੀਗੇ। ਕੋਈ ਵੀ ਡਿਸਕਸ਼ਨ ਹੁੰਦੀ ਸੀ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਸੀਗੀ ਤਾਂ ਸਿੰਪਲੀ ਇਕਤਾਦਾਰ ਨੂੰ ਪੁੱਛਿਆ ਜਾਂਦਾ ਸੀਗਾ, ਹੈ ਨਾ। ਤਾਂ ਇਹਨਾਂ ਨੇ ਕੀ ਕਰ ਲਿਆ? ਉਸ ਚੀਜ਼ ਨੂੰ ਡੀਸੈਂਟਰਲਾਈਜ਼ ਕਰ ਲਿਆ। ਫਿਰ ਇਹਨੇ 2 ਕੋਇਨ ਇੰਟਰੋਡਿਊਸ ਕੀਤੇ, ਇੱਕ ਟੰਕਾ ਔਰ ਦੂਸਰਾ ਜੀਤਲ। ਇਹ ਸੀਗਾ ਸਿਲਵਰ ਦਾ ਔਰ ਦੂਸਰਾ ਜੀਤਲ ਜਿਹੜਾ ਸੀਗਾ ਉਹ ਸੀਗਾ ਕਾਪਰ ਦਾ। ਇਹ ਵੀ ਕੁਐਸਚਨ ਕਈ ਵਾਰ ਆ ਜਾਂਦਾ ਹੈ। ਔਰ ਇੱਕ ਹੋਰ ਇਹਨੂੰ ਬੋਲਦੇ ਆ ਫਾਦਰ ਆਫ ਟੌਮ ਬਿਲਡਿੰਗ। ਫਾਦਰ ਆਫ ਟੌਮ ਬਿਲਡਿੰਗ ਕਿਹਨੂੰ ਬੋਲਦੇ ਆ? ਇਲਤੁਤਮਿਸ਼ ਨੂੰ। ਠੀਕ ਹੈ, ਇਹ ਸਾਰੇ ਕੁਐਸਚਨ ਤੁਸੀਂ ਇਸ ਦੇ ਬੇਸ ਤੇ ਯਾਦ ਰੱਖ ਲੈਣੇ ਆ। ਹੁਣ ਦੇਖ ਲੈਣੇ ਹੂ ਕੰਪਲੀਟਡ ਦਾ ਕੁਤਬ ਮੀਨਾਰ। ਇਲਤੁਤਮਿਸ਼। ਸ਼ੁਰੂ ਕਿਹਨੇ ਕਰਵਾਇਆ ਸੀਗਾ? ਤੁਹਾਡੇ ਕੋਲ ਇਹ ਜਿਹੜਾ ਸੀਗਾ ਕੁਤਬਉদ্ਦੀਨ ਨੇ, ਹੈ ਨਾ। ਔਰ ਇੱਕ ਇਹਦੇ 'ਚ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਇਹਦੀ ਜਿਹੜੀ ਰਿਪੇਅਰ ਹੋਈ ਸੀਗੀ ਉਹ ਫਿਰੋਜ਼ ਸ਼ਾਹ ਤੁਗਲਕ, ਉਹਨੇ ਇਹਦੀ ਰਿਪੇਅਰ ਕਰਵਾਈ ਸੀਗੀ। ਸੋ ਕੁਤਬ ਮੀਨਾਰ ਦੇ ਨਾਲ ਜਿਹੜੇ ਸੀਗੇ ਇਹ ਤੁਹਾਡੇ ਕੋਲੇ 3 ਬੰਦੇ ਜਿਹੜੇ ਰੂਲਰ ਹੈਗੇ ਐਸੋਸੀਏਟਡ ਆ। ਕੁਤਬਉদ্ਦੀਨ ਐਬਕ ਜਿਹਨੇ ਸ਼ੁਰੂ ਕਰਵਾਇਆ, ਇਲਤੁਤਮਿਸ਼ ਜਿਹਨੇ ਕੰਪਲੀਟ ਕਰਵਾਇਆ, ਔਰ ਤੁਹਾਡੇ ਕੋਲ ਜਿਹੜਾ ਫਿਰੋਜ਼ ਸ਼ਾਹ ਤੁਗਲਕ ਸੀਗਾ, ਜਿਹਨੂੰ ਆਪਾਂ ਪੜਾਂਗੇ 1351 ਤੋਂ ਲੈ ਕੇ 1388 ਜਿਹੜਾ ਉਹਦਾ ਪੀਰੀਅਡ ਹੋਏਗਾ, ਉਹਨੇ ਕੀ ਕਰਵਾਇਆ ਸੀਗਾ? ਇਹਦੀ ਰਿਪੇਅਰ ਕਰਵਾਈ ਸੀਗੀ ਨਾ। ਬਿਜਲੀ ਗਿਰ ਗਈ ਸੀ, ਉਹਦੇ ਕਰਕੇ ਇਹਦੀ ਰਿਪੇਅਰ ਕਰਵਾਈ ਸੀਗੀ ਉਹ ਫਿਰੋਜ਼ ਸ਼ਾਹ ਤੁਗਲਕ ਨੇ ਕਰਵਾਈ। ਸੋ 3 ਬੰਦੇ ਕੁਤਬ ਮੀਨਾਰ ਐਸੋਸੀਏਟਡ ਆ। ਉਸ ਤੋਂ ਬਾਅਦ ਵਿਚ ਸਿਟੀ ਵਾਸ ਚੂਜ਼ਨ ਬਾਈ ਇਲਤੁਤਮਿਸ਼ ਐਜ਼ ਦਾ ਕੈਪੀਟਲ ਆਫ ਦਿੱਲੀ ਸਲਤਨਤ। ਸੋ ਕੌਣ ਸੀ ਕੈਪੀਟਲ ਕਿਹੜੀ ਬਣਾਈ ਸੀਗੀ ਇਹਨੇ? ਸ਼ਿਫਟ ਕਰਕੇ ਕਿਹੜੀ ਬਣਾਤੀ ਸੀ? ਦਿੱਲੀ, ਹੈ ਨਾ। ਇਹ ਤਾਂ ਬਿਲਕੁਲ ਈਜ਼ੀ ਕੁਐਸਚਨ ਹੈ। ਫਿਰ ਆ ਗਿਆ ਉਸ ਤੋਂ ਬਾਅਦ ਕੀ ਹੈ? ਹੂ ਵਾਸ ਦਾ ਫਸਟ ਵੂਮਨ ਰੂਲਰ ਆਫ ਇੰਡੀਆ। ਇਟ ਮੀਨਸ ਕਿ ਜਿਹੜਾ ਨੈਕਸਟ ਰੂਲਰ ਹੈ ਉਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਲਤੁਤਮਿਸ਼ ਤੋਂ ਬਾਅਦ। ਸੋ ਕੌਣ ਆਪਣੇ ਕੋਲ? ਰਜੀਆ ਸੁਲਤਾਨ। ਰਜੀਆ ਸੁਲਤਾਨ ਬੇਸਿਕਲੀ ਹੈ ਕੌਣ ਸੀਗੀ? ਇਹ ਸੀਗੀ ਸ਼ੀ ਵਾਸ ਦਾ ਡਾਟਰ ਆਫ ਇਲਤੁਤਮਿਸ਼, ਪਹਿਲੀ ਵੂਮਨ ਰੂਲਰ ਹੋਈ ਹੈ। ਹੁਣ ਰਜੀਆ ਸੁਲਤਾਨ ਦੇ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਓਨਲੀ ਮੁਸਲਿਮ ਲੇਡੀ। ਦਿੱਲੀ ਸਲਤਨਤ ਦੇ ਵਿੱਚ ਦੇਖੀਏ ਸਿਰਫ
ਇਹੀ ਮੁਸਲਿਮ ਲੇਡੀ ਹੋਈ ਹੈ। ਫਿਰ ਇਹਨੇ ਕੀ ਕੀਤਾ ਸੀਗਾ, ਇੱਕ ਇਹਦੇ ਨਾਲ ਨਾਮ ਜੋੜਿਆ ਜਾਂਦਾ ਯਾਕੂਟ ਦਾ, ਹੈ ਨਾ। ਯਾਕੂਟ ਵੀ ਇਹਨਾਂ ਸਲੇਵ ਹੀ ਸੀਗਾ, ਔਰ ਉਹਦਾ ਨਾਮ ਵੀ ਕਿਹਦੇ ਨਾਲ ਜੁੜਿਆ ਜਾਂਦਾ ਹੈਗਾ, ਰਜੀਆ ਸੁਲਤਾਨਾ ਦੇ ਨਾਲ। ਫਿਰ ਉਸ ਤੋਂ ਬਾਅਦ ਕੀ ਹੈ, ਅਲਤੂਨੀਆ, ਜਿਹੜਾ ਅਲਤੂਨੀਆ ਬਠਿੰਡੇ ਦਾ ਜਿਹੜਾ ਰਾਜਾ ਸੀਗਾ, ਉਹਨੇ ਕੀ ਕਰਤਾ ਸੀਗਾ, ਇਹਨੂੰ ਮਾਰਤਾ ਸੀਗਾ, ਕਿਹਨੂੰ, ਯਾਕੂਟ ਨੂੰ ਐਂਡ ਰਜੀਆ ਸੁਲਤਾਨਾ ਨੂੰ। ਮਾਰਿਆ ਕਿਹਨੂੰ ਸੀਗਾ, ਯਾਕੂਟ ਨੂੰ ਮਾਰਤਾ ਸੀਗਾ, ਲੇਕਿਨ ਰਜੀਆ ਨੂੰ ਕੀ ਕਰ ਲਿਆ ਸੀਗਾ, ਇੰਪ੍ਰਿਜ਼ਨ ਕਰ ਲਿਆ, ਉਹਨੂੰ ਬੰਦੀ ਬਣਾ ਲਿਆ। ਉਹ ਜਦੋਂ ਬੰਦੀ ਬਣਾ ਕੇ ਆ ਗਿਆ, ਉਸ ਤੋਂ ਬਾਅਦ ਕੀ ਕੀਤਾ ਕਿ ਰਜੀਆ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਜਾਂ ਸੇਵ ਕਰਨ ਦੇ ਲਈ ਕੀ ਕੀਤਾ, ਅਲਤੂਨੀਆ ਦੇ ਨਾਲ ਵਿਆਹ ਕਰਵਾ ਲਿਆ, ਹੈ ਨਾ। ਅਲਤੂਨੀਆ ਮੈਰਿਡ ਰਜੀਆ। ਉਸ ਤੋਂ ਬਾਅਦ ਕੀ ਵਾਪਸ ਦਿੱਲੀ ਨੂੰ ਜਾ ਰਹੇ ਸੀਗੇ, ਹੈ ਨਾ, ਕਿਉਂਕਿ ਅਲਟੀਮੇਟਲੀ ਰੂਲ ਦਿੱਲੀ ਦੇ ਉੱਪਰ ਹੀ ਕਰਨਾ ਸੀਗਾ। ਤਾਂ ਜਾਂਦੇ ਜਾਂਦੇ ਰਸਤੇ 'ਚ ਜਿਹੜਾ ਸੀਗਾ ਇਹਨਾਂ ਦੀ ਅਸੈਸੀਨੇਸ਼ਨ ਹੋ ਗਈ, ਮਤਲਬ ਇਹਨਾਂ ਮਰਡਰ ਹੋ ਗਿਆ ਸੀਗਾ, ਹੈ ਨਾ, ਔਨ ਦਾ ਵੇ ਬੈਕ ਟੂ ਦਿੱਲੀ। ਸੋ ਇਹਨਾਂ ਦਾ ਜਿਹੜਾ ਸੀਗਾ ਆਈ ਥਿੰਕ ਕੈਥਲ ਦੇ ਕੋਲ ਜਿਹੜਾ ਇਹਨਾਂ ਦਾ ਸੀਗਾ ਕਤਲ ਹੋ ਗਿਆ ਸੀਗਾ। ਸੋ ਇਹ ਜਿਹੜੇ ਹੈਗੇ ਫੈਕਟਸ ਹੈਗੇ ਆ ਰਜੀਆ ਸੁਲਤਾਨਾ ਦੀ, ਇਹਦਾ ਵੀ ਕੁਐਸਚਨ ਫਰੇਮ ਹੋ ਸਕਦਾ ਕੋਈ ਨਾ ਕੋਈ। ਉਸ ਤੋਂ ਬਾਅਦ ਕੀ ਹੈ, ਹੂ ਬ੍ਰੋਕ ਦਾ ਪਾਰ ਆਫ ਚਾਹਲਗਨੀ, ਹੈ ਨਾ, ਗਰੁੱਪ ਆਫ 40 ਦਾ ਜਿਹੜਾ ਮੈਂਬਰ ਸੀਗਾ ਉਹਨੂੰ ਕਿਹਨੇ ਖਤਮ ਕੀਤਾ ਸੀਗਾ, ਇਹ ਆਪਣੇ ਕੋਲ ਆਨਸਰ ਆ। ਬੇਸਿਕਲੀ ਜਿਹੜਾ ਇਹ ਖਤਮ ਕਿਹਨੇ ਕੀਤਾ ਸੀਗਾ, ਬਲਬਨ ਨੇ। ਬਲਬਨ ਜਿਹੜਾ ਸੀਗਾ ਉਹ ਖੁਦ 40 ਦਾ ਮੈਂਬਰ ਸੀਗਾ, ਲੇਕਿਨ ਜਿਵੇਂ ਉਹ ਖੁਦ ਪਾਵਰ ਦੇ ਵਿੱਚ ਆਇਆ, ਉਹਨੇ ਕੀ ਕੀਤਾ, ਇਹ ਜਿਹੜਾ ਗਰੁੱਪ ਆਫ 40 ਦਾ ਸੀਗਾ ਜਾਂ 40 ਆ, ਉਹਨੂੰ ਕੀ ਕਰਤਾ, ਖਤਮ ਕਰਤਾ, ਹੈ ਨਾ। ਹੁਣ ਇਹਨੂੰ ਬਲਬਨ ਨੂੰ ਆਪਾਂ ਪੜ੍ਹ ਲੈਂਦੇ ਹਾਂ। ਬਲਬਨ ਦੇ ਰਿਲੇਟਡ ਕਿਹੜੇ ਕਿਹੜੇ ਕੁਐਸਚਨ ਨੇ। ਸਭ ਤੋਂ ਪਹਿਲਾਂ ਕੀ ਹੈ, ਹੀ ਵਾਜ਼ ਦਾ ਮੈਂਬਰ ਆਫ 40 ਖੁਦ ਉਹਦਾ ਮੈਂਬਰ ਸੀਗਾ 40 ਦਾ। ਉਸ ਤੋਂ ਬਾਅਦ ਕੀ ਹੈ, ਇਹਨੇ 2 ਡਿਪਾਰਟਮੈਂਟ ਸਟਾਰਟ ਕੀਤੇ ਸੀਗੇ, ਇੱਕ ਤਾਂ ਮਿਲਟਰੀ ਡਿਪਾਰਟਮੈਂਟ ਔਰ ਦੂਸਰਾ ਤੁਹਾਡੇ ਕੋਲ ਸੀਗਾ ਫਾਈਨਾਂਸ ਡਿਪਾਰਟਮੈਂਟ। ਠੀਕ ਹੈ। ਸੋ ਮਿਲਟਰੀ ਡਿਪਾਰਟਮੈਂਟ ਨੂੰ ਵੀ ਬੋਲਦੇ ਦੀਵਾਨੇ ਅਰਜ, ਔਰ ਫਾਈਨਾਂਸ ਨੂੰ ਵੀ ਬੋਲਦੇ ਦੀਵਾਨੇ ਵਜ਼ਾਰਤ। ਠੀਕ ਹੈ। ਉਸ ਤੋਂ ਬਾਅਦ ਇੱਕ ਟਾਈਟਲ ਲਿਆ ਸੀਗਾ ਜਿਲ ਏ ਇਲਾਹੀ। ਜਿਲ ਏ ਇਲਾਹੀ ਮੀਨਸ ਸ਼ੈਡੋ ਆਫ ਗੋਡ। ਇਹ ਕਹਿੰਦਾ ਧਰਤੀ ਦੇ ਉੱਪਰ ਜਿਹੜਾ ਭਗਵਾਨ ਹੋਊਗਾ ਕੌਣ ਹੈ, ਉਹ ਮੈਂ ਹੀ ਹੈ, ਇਸ ਲਈ ਮੈਨੂੰ ਜਿਹੜਾ ਸਜਦਾ ਕਰਕੇ ਆਓ ਤੁਸੀਂ, ਹੈ ਨਾ। ਔਰ ਦੂਸਰਾ ਕੀ ਹੈ, ਹੀ ਐਂਡਡ ਦਾ ਨੋਬਲ ਗਰੁੱਪ ਆਫ 40 ਖੁਦ 40 ਦਾ ਮੈਂਬਰ ਸੀਗਾ, ਪਰ ਜਿਵੇਂ ਆ ਪਾਵਰ ਦੇ ਵਿੱਚ ਆਇਆ, ਉਹ ਗਰੁੱਪ ਆਫ 40 ਦਾ ਜਿਹੜਾ ਸੀਗਾ ਉਹ ਕਹਾਣੀ ਖਤਮ ਕਰਤੀ ਹੈ। ਔਰ ਹੌਲੀ ਹੌਲੀ ਕਰਕੇ ਜਿਹੜਾ ਇਲਤੁਤਮਿਸ਼ ਦੀ ਜਿਹੜੀ ਸਾਰੀ ਫੈਮਿਲੀ ਸੀਗੀ, ਬਿਕੋਜ਼ ਇਹ ਬਣਾਇਆ ਗਰੁੱਪ ਆਫ 40 ਬਣਾਇਆ ਕੀ ਨਹੀਂ ਸੀਗਾ, ਇਲਤੁਤਮਿਸ਼ ਨੇ, ਹੈ ਨਾ। ਔਰ ਹੌਲੀ ਹੌਲੀ ਜਿਹੜੇ ਸੀਗੇ ਇਹਦੇ ਸਾਰੇ ਮੈਂਬਰਸ ਨੂੰ ਖਤਮ ਕਰਤਾ, ਔਰ ਗਰੁੱਪ ਆਫ 40 ਨੂੰ ਜਿਹੜਾ ਸੀਗਾ ਉਹ ਵੀ ਖਤਮ ਹੋ ਗਿਆ। ਮੈਂਬਰਸ ਕਿਹੜੇ ਸੀਗੇ, ਇਲਤੁਤਮਿਸ਼ ਫੈਮਿਲੀ ਦੇ ਮੈਂਬਰ। ਸੋ ਇਹ ਬਲਬਨ ਦੇ ਬੇਸਡ ਕੁਐਸਚਨ ਸੀਗੇ ਆਪਣੇ ਕੋਲੇ। ਵਿਚ ਡਾਇਨੈਸਟੀ ਆਫ ਦਿੱਲੀ ਸਲਤਨਤ ਰੂਲਡ ਫॉर द ਸ਼ਾਰਟੈਸਟ ਪੀਰੀਅਡ। ਇਹਨਾਂ ਪੰਜਾਂ ਦੇ ਵਿੱਚੋਂ ਸਭ ਤੋਂ ਘੱਟ ਟਾਈਮ ਲਈ ਕਿਹਨੇ ਰੂਲ ਕੀਤਾ ਸੀਗਾ, ਉਹ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਦੇਖ ਲਿਆ ਸੀਗਾ। ਖਿਲਜੀ ਜਿਹੜੇ 30 ਸਾਲ ਲਈ ਸਿਰਫ ਰੁਕੇ ਸੀਗੇ, ਬੜੇ ਪਾਵਰਫੁਲ ਰਹੇ ਸੀਗੇ। ਲੇਕਿਨ ਵਿਚ ਵਨ ਆਫ ਦ ਫੋਲੋਇੰਗ, ਹੁਣ ਆ ਗਏ ਜੋਗ੍ਰਾਫੀ ਦੇ ਕੁਐਸਚਨ। ਇਹ ਕੀ ਹੈ, ਪਹਿਲਾ ਕੁਐਸਚਨ ਦੇਖਦੇ ਜੋਗ੍ਰਾਫੀ ਦਾ ਕੀ ਹੈ। ਵਿਚ ਵਨ ਆਫ ਦ ਫੋਲੋਇੰਗ ਇਜ਼ ਦ ਓਲਡੈਸਟ ਮਾਊਂਟੇਨ ਰੇਂਜ ਇਨ ਇੰਡੀਆ। ਕਿ ਜਿਹੜੀ ਇੰਡੀਆ ਦੇ ਵਿੱਚ ਓਲਡੈਸਟ ਮਾਊਂਟੇਨ ਰੇਂਜ ਹੈ ਉਹ ਕਿਹੜੀ ਹੈ ਤੁਹਾਡੇ ਕੋਲੇ। ਸੋ ਪਹਿਲਾਂ ਆਨਸਰ ਕਰੈਕਟ ਟਿਕ ਕਰਦੇ ਆਪਾਂ, ਅਰਾਵਲੀ। ਅਰਾਵਲੀ ਕੀ ਹੈ, ਬੇਸਿਕਲੀ ਇਹ ਤੁਹਾਡੇ ਕੋਲੇ ਕੀ ਹੈ, ਇੱਕ ਇਹਨੂੰ ਹੋਰ ਕੀ ਬੋਲਦੇ ਆਪਾਂ, ਇਹਨੂੰ ਓਲਡ ਫੋਲਡ ਮਾਊਂਟੇਨ। ਅਰਾਵਲੀ ਨੂੰ ਬੋਲਦੇ ਆ ਓਲਡ ਫੋਲਡ ਮਾਊਂਟੇਨ। ਔਰ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਇਹ ਤੁਹਾਡੇ ਕੋਲੇ, ਗੁਜਰਾਤ ਤੋਂ ਲੈ ਕੇ ਦਿੱਲੀ ਤੱਕ। ਗੁਜਰਾਤ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ, ਹੈ ਨਾ। ਬੇਸਿਕਲੀ ਇਹਦੀ ਇਸ ਤਰ੍ਹਾਂ ਦੀ ਇਹਦੀ ਹੈਗੀ ਆ ਜਿਹੜੀ ਲੋਕੇਸ਼ਨ ਹੈ ਨਾ, ਗੁਜਰਾਤ ਤੋਂ ਲੈ ਕੇ ਦਿੱਲੀ ਤੱਕ। ਔਰ ਕਈ ਵਾਰ ਤੁਹਾਨੂੰ ਇਹ ਵੀ ਪੁੱਛ ਲੈਂਦਾ ਕਿ ਜਿਹੜੀ ਅਰਾਵਲੀ ਦੀ ਜਿਹੜੀ ਉੱਚੀ ਚੋਟੀ ਦਾ ਕੀ ਨਾਮ ਹੈ। ਅਗਰ ਪੁੱਛਿਆ ਗਿਆ ਅਰਾਵਲੀ ਦੀ ਉੱਚੀ ਚੋਟੀ ਦਾ ਕੀ ਨਾਮ ਹੈ, ਤਾਂ ਉਹਦਾ ਨਾਮ ਕੀ ਹੈ, ਗੁਰੂ ਸ਼ਿਖਰ। ਕਲੀਅਰ। ਉਸ ਤੋਂ ਬਾਅਦ ਹਿਮਾਲਿਆਸ, ਹੁਣ ਇਹਨੂੰ ਤਾਂ ਬੋਲਦੇ ਆ ਓਲਡ ਫੋਲਡ ਮਾਊਂਟੇਨ। ਇਹਨੂੰ ਕੀ ਬੋਲਦੇ ਆਪਾਂ, ਯੰਗੈਸਟ ਫੋਲਡ ਮਾਊਂਟੇਨਸ, ਹੈ ਨਾ। ਔਰ ਸਿਮਿਲਰਲੀ ਇਹਦੀ ਉੱਚੀ ਚੋਟੀ ਕਿਹੜੀ ਹੈ, ਉਹ ਆਪਾਂ ਨੂੰ ਪਤਾ ਮਾਊਂਟ ਐਵਰੈਸਟ। ਔਰ ਅਗਰ ਉਹਦੀ ਪੁੱਛਿਆ ਕਿੰਨੀ ਹਾਈਟ ਹੈ ਉਹਦੀ, ਤਾਂ 8848.86 ਤੁਹਾਡੇ ਕਿ ਰੀਸੈਂਟਲੀ ਹੋਈ ਹੈ। ਅਗਰ ਇਹਨੂੰ ਰਾਊਂਡ ਅਪ ਕਰੀਏ ਤਾਂ 8850 ਮੀਟਰ ਆਪਾਂ ਇਹਨੂੰ ਕਹਿ ਸਕਦੇ ਹਾਂ ਅਪਰੋਕਸੀਮੇਟ, ਹੈ ਨਾ, ਜਿਹੜੀ ਇਹਦੀ ਸਭ ਤੋਂ ਉੱਚੀ ਚੋਟੀ ਹੈ। ਔਰ ਨੀਲਗਿਰੀ ਕੀ ਹੈ ਤੁਹਾਡੇ ਕੋਲੇ, ਜਿੱਥੇ ਤੁਹਾਡੇ ਕੋਲ ਈਸਟਰਨ ਘਾਟ ਐਂਡ ਵੈਸਟਰਨ ਘਾਟ ਆ ਕੇ ਮਿਲਦੇ ਆ, ਈਸਟਰਨ ਘਾਟ ਐਂਡ ਵੈਸਟਰਨ ਘਾਟ ਆ ਕੇ ਮਿਲਦੇ ਆ, ਉੱਥੇ ਕੀ ਬਣਿਆ, ਨੀਲਗਿਰੀ ਹਿਲਸ। ਅਗਰ ਇਹਦੀ ਪੁੱਛਿਆ ਗਿਆ ਇਹਦੀ ਉੱਚੀ ਚੋਟੀ ਕਿਹੜੀ ਹੈ ਤੁਹਾਡੇ ਕੋਲੇ, ਤਾਂ ਉਹ ਕੀ ਹੈ, ਦੋਦਾ ਬੇਟਾ। ਠੀਕ ਹੈ। ਤਿੰਨਾਂ ਦੀਆਂ ਉੱਚੀਆਂ ਚੋਟੀਆਂ ਜਿਹੜੇ ਤੁਹਾਨੂੰ ਮੈਂ ਇਹ 'ਚ ਕਰਵਾਤੀਆਂ ਨੇ। ਦੋਦਾ ਬੇਟਾ ਕਿਹਦੀ ਹੈ, ਨੀਲਗਿਰੀ ਦੀ। ਅਰਾਵਲੀ ਦੀ ਕਿਹੜੀ ਹੈ, ਗੁਰੂ ਸ਼ਿਖਰ। ਔਰ ਹਿਮਾਲय ਦੀ ਮਾਊਂਟ ਐਵਰੈਸਟ।
ਕਲੀਅਰ। ਸੋ ਇਹ ਜਿਹੜਾ ਆਪਣਾ ਕੋਈ ਕੁਐਸਚਨ ਸੀਗਾ ਓਲਡੈਸਟ ਮਾਊਂਟੇਨ ਰੇਂਜ ਕਿਹੜੀ ਆ, ਅਰਾਵਲੀ। ਨੈਕਸਟ ਆਪਣੇ ਕੋਲ ਹੈ ਡਿਫਰੈਂਸ ਬਿਟਵੀਨ ਦਾ IST ਐਂਡ GMT। ਹੁਣ GMT ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਟਾਈਮ ਆਪਾਂ ਕੀ ਇੱਕ ਆਪਣੇ ਕੋਲ ਇੱਕ ਲਾਈਨ ਆਪਾਂ ਜਿਹੜੀ ਲੰਡਨ ਦੇ ਵਿੱਚ ਦੀ ਕ੍ਰਾਸ ਕਰਦੀ ਹੈ 0 ਡਿਗਰੀ ਲੈਟੀਟਿਊਡ ਦੇ 0 ਡਿਗਰੀ ਲੌਂਗੀਟਿਊਡ ਦੇ ਉੱਪਰ, ਤਾਂ ਉਹਨੂੰ ਆਪਾਂ ਬੋਲਦੇ ਕੰਸੀਡਰ ਕਰਦੇ ਹਾਂ GMT, ਹੈ ਨਾ, ਗ੍ਰੀਨ ਵਿੱਚ ਮੀਨ ਟਾਈਮ। ਸੋ ਉਸ ਦੇ ਬੇਸਿਸ ਤੇ ਆਪਾਂ ਟਾਈਮ ਫਾਈਂਡ ਆਊਟ ਕਰਦੇ ਹਾਂ। ਬੇਸਿਕਲੀ ਇਹ ਪੁੱਛਿਆ ਕੀ ਜਾਂਦਾ ਹੈਗਾ ਕਿ ਜਿਹੜੀ ਇੰਡੀਆ ਦੇ ਵਿੱਚ ਟਾਈਮ ਲਾਈਨ ਹੈ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈਗਾ ਕਿੰਨੇ ਟਾਈਮ ਦਾ ਜਿਹੜਾ ਡਿਫਰੈਂਸ ਹੈ। ਸੋ ਇਹ ਬੇਸਿਕ ਜਿਹਾ ਕੁਐਸਚਨ ਹੈ। ਸੋ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਆਪਣੇ ਕੋਲ ਕਿਹੜਾ ਕਿੰਨਾ ਹੈਗਾ, ਇਹ ਹੈ 5 ਘੰਟੇ 30 ਮਿੰਟ, ਹੈ ਨਾ। ਔਰ ਇਹ ਜਿਹੜੀ ਹੈਗੀ ਹੈ IST ਇਹਨੂੰ ਬੋਲਦੇ ਆਪਾਂ ਇੰਡੀਅਨ ਸਟੈਂਡਰਡ ਮੈਰੀਡੀਅਨ ਟਾਈਮ। ਇਹ ਆਪਾਂ ਨੂੰ ਕਿਸ ਤੇ ਹੈ, ਕਿੱਥੇ ਹੈ, 82 ਡਿਗਰੀ ਐਂਡ 5 ਮਿੰਟ। ਔਰ 5 ਮਿੰਟ ਇਹ ਕੀ ਹੈ, ਕਿਸ ਸਾਈਡ ਡਾਇਰੈਕਸ਼ਨ ਦੇ ਵਿੱਚ ਹੈ, ਟੂਵਰਡਸ ਦਾ ਈਸਟ ਡਾਇਰੈਕਸ਼ਨ। ਅਗਰ ਦੇਖਿਆ ਜਾਵੇ ਤਾਂ 1 ਡਿਗਰੀ ਕਿਹਦੀ ਇਕੁਅਲ ਹੁੰਦਾ ਹੈਗਾ 4 ਮਿੰਟਸ ਦੇ। ਇਹਨੂੰ ਆਪਾਂ ਅਗਰ ਐਕਸਪੈਂਡ ਕਰਾਂਗੇ, ਐਕਸਪੈਂਡ ਕਰਕੇ ਆਪਣੇ ਕੋਲ ਕਿੰਨਾ ਆ ਜਾਊਗਾ 5 ਘੰਟੇ ਐਂਡ 30 ਮਿੰਟ, ਠੀਕ ਹੈ। ਸੋ ਇਹ ਯਾਦ ਰੱਖ ਲੈਣਾ ਕਿ ਦੂਸਰਾ ਇਹ ਆ ਜਾਂਦਾ, ਕਈ ਵਾਰ ਕੁਐਸਚਨ ਆ ਜਾਂਦਾ ਕਿ ਜਿਹੜਾ IST ਹੈ, ਇਹਨੂੰ ਬੋਲਦੇ ਇੰਡੀਅਨ ਸਟੈਂਡਰਡ ਮੈਰੀਡੀਅਨ ਟਾਈਮ, ਇਹ ਕਿੰਨੇ ਸਟੇਟਸ ਦੇ ਵਿੱਚ ਦੀ ਕ੍ਰਾਸ ਕਰਦੀ ਹੈ, ਤੇ ਆਪਾਂ ਨੂੰ ਕਿੰਨੀਆਂ ਸਟੇਟਸ ਦੇ ਵਿੱਚ ਕ੍ਰਾਸ ਕਰਦੀ ਹੈ, 5 ਸਟੇਟਸ ਦੇ ਵਿੱਚ ਦੀ। ਹੁਣ ਇਹ ਪੰਜਾਂ ਦੇ ਕਈ ਵਾਰ ਨਾਮ ਵੀ ਤੁਹਾਨੂੰ ਪੁੱਛ ਲੈਂਦਾ ਹੈਗਾ, ਤਾਂ ਉਹ 5 ਸਟੇਟਸ ਕਿਹੜੀਆਂ ਕਿਹੜੀਆਂ ਨੇ ਤੁਹਾਡੇ ਕੋਲੇ, UP, MP, ਫਿਰ ਆ ਗਿਆ ਛੱਤੀਸਗੜ੍ਹ, ਉਸ ਤੋਂ ਬਾਅਦ ਆ ਗਿਆ ਉੜੀਸਾ। ਜਿਵੇਂ ਜਿਵੇਂ ਐਂਟਰ ਕਰ ਰਹੀ ਮੈਂ ਉਵੇਂ ਤੁਹਾਨੂੰ ਦੱਸ ਰਿਹਾ। ਉੜੀਸਾ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਆਂਧਰਾ ਪ੍ਰਦੇਸ਼। ਤੇ ਪੰਜੋ ਸਟੇਟਸ ਦੇ ਵਿੱਚ ਕਿਹੜੀ ਕ੍ਰਾਸ ਕਰਦੀ ਆ IST, ਹੈ ਨਾ, ਜਿਹੜੀ ਇਸ ਲੌਂਗੀਟਿਊਡ ਦੇ ਉੱਪਰ ਆਪਣੇ ਕੋਲ ਹੈ। ਔਰ ਦੂਸਰਾ ਕੀ ਹੈ, ਇੱਕ ਆਪਾਂ ਪਹਿਲਾਂ ਪੜ੍ਹਿਆ ਸੀਗਾ ਇੱਕ ਦਿਨ ਕਿ ਜਿਹੜੀ ਟ੍ਰੋਪਿਕ ਆਫ ਕੈਂਸਰ ਹੈ ਉਹ ਵੀ ਕ੍ਰਾਸ ਕਰਦੀ ਹੈ। ਉਹ ਕਿੰਨੇ ਸਟੇਟਸ ਦੇ ਵਿੱਚ ਕ੍ਰਾਸ ਕਰਦੀ ਹੈ, 8 ਸਟੇਟਸ ਦੇ ਵਿੱਚ ਦੀ ਹੈ। ਪਰ ਜੇ ਕਈ ਵਾਰ ਕੁਐਸਚਨ ਆ ਜਾਂਦਾ ਕਿ ਜਿਹੜਾ ਆਹ ਇੰਟਰਸੈਕਸ਼ਨ ਹੈ ਦੋਨਾਂ ਦਾ ਜਿਹੜਾ ਇੰਟਰਸੈਕਸ਼ਨ ਪੁਆਇੰਟ ਹੈ ਕਿਹਦਾ IST ਦਾ ਐਂਡ ਟ੍ਰੋਪਿਕ ਆਫ ਕੈਂਸਰ ਦਾ। ਸੋ ਦੋਨੋਂ ਕਿੱਥੇ ਇੰਟਰਸੈਕਟ ਕਰਦੇ ਨੇ ਈਚ ਅਦਰ, ਉਹ ਤੁਹਾਡਾ ਹੈਗਾ ਛੱਤੀਸਗੜ੍ਹ ਦੇ ਵਿੱਚ ਹੈ ਡਿਸਟ੍ਰਿਕਟ ਕੋਰੀਆ ਡਿਸਟ੍ਰਿਕਟ ਇਨ ਛੱਤੀਸਗੜ੍ਹ। ਉੱਥੇ ਕੌਣ ਕੌਣ ਇੰਟਰਸੈਕਟ ਕਰਦੇ ਨੇ, ਇੱਕ ਤਾਂ ਤੁਹਾਡੀ ਹੈਗੀ ਜਿਹੜੀ IST ਇੰਡੀਅਨ ਸਟੈਂਡਰਡ ਮੈਰੀਡੀਅਨ ਟਾਈਮ, ਜਿਹੜੀ ਹੈਗੀ ਕਿੰਨੇ ਲੈਟੀਟਿਊਡ ਤੇ ਹੈ 82 ਡਿਗਰੀ ਐਂਡ 5 ਮਿੰਟਸ ਈਸਟ ਟੂਵਰਡਸ ਦਾ ਈਸਟ। ਔਰ ਦੂਸਰੀ ਤੁਹਾਡੇ ਕੋਲ ਹੈਗੀ ਹੈ ਟ੍ਰੋਪਿਕ ਆਫ ਕੈਂਸਰ, ਇਹ ਕਿੰਨੇ ਸਟੇਟਸ ਦੇ ਵਿੱਚ ਜਾਂਦੀ ਹੈ, 8 ਸਟੇਟਸ ਦੇ ਵਿੱਚ। ਔਰ ਇਹ ਆਪਸ ਵਿੱਚ ਕਿੱਥੇ ਇੰਟਰਸੈਕਟ ਕਰਦੀਆਂ ਨੇ, ਛੱਤੀਸਗੜ੍ਹ ਦੇ ਵਿੱਚ। ਔਰ ਡਿਸਟ੍ਰਿਕਟ ਦਾ ਨਾਮ ਕੀ ਹੈ, ਕੋਰੀਆ ਡਿਸਟ੍ਰਿਕਟ। ਕਈ ਵਾਰ ਕੁਐਸਚਨ ਤੁਹਾਨੂੰ ਅਗਰ ਇਹ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ। ਸੋ ਨੈਕਸਟ ਕੁਐਸਚਨ, which one of the following causes the rainfall in the northwestern part of India during the winter season? Basically ਪੁੱਛਿਆ ਕਿ ਸਰਦੀਆਂ ਦੇ ਵਿੱਚ ਜਿਹੜੀ ਬਾਰਿਸ਼ ਹੁੰਦੀ ਹੈ ਨਾ, ਨਾਰਥ ਵੈਸਟ ਪਾਰਟ, ਨਾਰਥ ਵੈਸਟਰਨ ਮਤਲਬ ਜਿਹੜਾ ਆਹ ਵਾਲਾ ਆਪਣੇ ਵਾਲਾ ਇੱਧਰ ਏਰੀਆ, ਇਹਦੀ ਜਿਹੜੀ ਬਾਰਿਸ਼ ਹੁੰਦੀ ਹੈ ਸਰਦੀਆਂ ਦੇ ਵਿੱਚ, ਉਹਦਾ ਰੀਜ਼ਨ ਕੀ ਹੈ। ਸੋ ਉਹਦਾ ਰੀਜ਼ਨ ਆਪਣੇ ਕੋਲ ਕੀ ਹੈ, ਵੈਸਟਰਨ ਡਿਸਟਰਬੈਂਸ। ਸੋ ਮੈਡੀਟੇਰੀਅਨ ਸੀ ਦੇ ਜਿਹੜਾ ਭੂਮੱਧ ਸਾਗਰ ਆ ਉੱਥੋਂ ਜਿਹੜੇ ਹੈਗੀਆਂ ਨੇ ਉਹ ਆਪਣੀਆਂ ਹਵਾਵਾਂ ਆਉਂਦੀਆਂ ਨੇ ਔਰ ਆ ਕੇ ਕੀ ਹੈ ਉਹ ਰੇਨਫਾਲ ਕਿੱਥੇ ਕਰ ਦਿੰਦੇ ਨੇ ਤੁਹਾਡੇ ਕਿਹੜੇ ਏਰੀਆ ਦੇ ਵਿੱਚ, ਨਾਰਥ ਵੈਸਟ ਏਰੀਆ ਦੇ ਵਿੱਚ। ਕਦੋਂ, ਵਿੰਟਰ ਸੀਜ਼ਨ ਦੀ ਗੱਲ ਕਰ ਰਹੇ ਹਾਂ। ਸੋ ਇਹ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਹੈ। ਸੋ ਇਹਨੂੰ ਵੀ ਡਾਇਰੈਕਟ ਤੁਸੀਂ ਜੀਓਗ੍ਰਾਫੀ ਦਾ ਜਿਹੜਾ ਕੁਐਸਚਨ ਹੈਗਾ ਇਹ ਵੀ ਦੇਖ ਲੈਣਾ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਜਿਹੜੀ ਵਿੰਟਰ ਦੇ ਵਿੱਚ ਜਿਹੜੀ ਨਾਰਥ ਵੈਸਟਰਨ ਪਾਰਟ ਦੇ ਵਿੱਚ ਜਿਹੜੀ ਬਾਰਿਸ਼ ਹੁੰਦੀ ਹੈ ਉਹਦਾ ਰੀਜ਼ਨ ਕੀ ਹੈ, ਵੈਸਟਰਨ ਡਿਸਟਰਬੈਂਸ। ਉਸ ਤੋਂ ਬਾਅਦ ਕੀ ਹੈ, ਇਸ ਤੋਂ ਅੱਗੇ ਕੁਐਸਚਨ ਓਕੇ, ਇੱਕ ਇਹ ਦੇਖ ਲੈਣਾ 7 ਸਟੇਟਸ ਦਾ ਬੇਸਿਕਲੀ ਕੁਐਸਚਨ। ਮੈਂ ਇਹਦੇ 'ਚ ਡਾਇਰੈਕਟਲੀ ਮੈਂ ਕੋਹ ਪਾਤਾ ਹੈ ਬਟ ਇਹਦੇ 'ਚ ਨਾਮ ਲਿਖਣਾ ਮੈਂ ਭੁੱਲ ਗਿਆ। ਕੁਛ 7 ਸਟੇਟਸ ਦੇ ਨਾਮ ਹੁੰਦੇ ਆ। ਕੁਐਸਚਨ ਕੀ ਹੈ ਕਿ ਵਿਚ ਸਟੇਟਸ ਆਰ ਨੋਨ ਐਜ਼ 7 ਸਿਸਟਰਸ, ਹੈ ਨਾ। ਜਾਂ ਨਾਰਥ ਈਸਟ ਦੇ ਵਿੱਚ ਜਿਹੜੀਆਂ ਆਪਾਂ ਸਟੇਟਸ ਹੈਗੀਆਂ ਉਹਨੂੰ 7 ਸਿਸਟਰਸ ਬੋਲਦੇ ਆ। ਉਹਨਾਂ ਦੇ ਨਾਮ ਕੀ ਕੀ ਹੈ, ਉਹਨਾਂ ਦੇ ਨਾਮ ਕੁਐਸਚਨ ਨਹੀਂ ਇਹ 'ਚ ਮੈਂ ਫਰੇਮ ਕਰ ਪਾਇਆ ਲੇਕਿਨ ਉਹਦੀ ਡਿਸਕ੍ਰਿਪਸ਼ਨ ਮੈਂ ਡਿਟੇਲ ਦੇਤੀ ਹੈ। ਉਹ ਕੀ ਹੈ ਕਿ 5 ਸਟੇਟਸ ਨੂੰ ਬੋਲਦੇ ਆ 7 ਸਿਸਟਰਸ, ਹੈ ਨਾ। ਇਹ ਪੰਜਾਂ ਦੇ ਨਾਮ ਕੀ ਹੈ, ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਐਂਡ ਤ੍ਰਿਪੁਰਾ। ਕੁਐਸਚਨ ਕੀ ਆਏਗਾ, 5-6 ਸਟੇਟਸ ਦੇ ਜਾਂ 3-4 ਸਟੇਟਸ ਦੇ ਨਾਮ ਦੇ ਦੇਗਾ। ਉਹਨਾਂ ਨੂੰ ਪੁੱਛੇਗਾ ਕਿ 7 ਸਿਸਟਰ ਦੇ ਜਿਹੜਾ ਇਹਦੇ ਚੋਂ ਕਿਹੜੀ ਨਹੀਂ ਹੈ, ਹੈ ਨਾ। ਤਾਂ ਉਹ ਯਾਦ ਰੱਖੋ। ਉਹ ਆਨਸਰ ਕਿਵੇਂ ਕਰ ਪਾਓਗੇ ਅਗਰ ਤੁਹਾਨੂੰ ਇਹ ਜਿਹੜੇ ਹੈਗੇ ਆ ਇਹਨਾਂ ਦੇ ਨਾਮ ਤੁਹਾਨੂੰ ਯਾਦ ਨਹੀਂ। ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਐਂਡ ਤ੍ਰਿਪੁਰਾ। ਇੱਕ ਹੋਰ ਸਭ ਤੋਂ ਈਜ਼ੀ ਕੁਐਸਚਨ ਵੀ ਤੁਹਾਡੇ ਕੋਲ ਕੀ ਆਉਂਦਾ ਹੁੰਦਾ, ਕਈ ਵਾਰੀ ਕੈਪੀਟਲ ਪੁੱਛ ਲੈਂਦਾ ਹੈਗਾ। ਅਗਰ
क्वेश्चन तुहाडे कोल आ रहा है कि कैपीटल बेसिस ते कैपीटल पुछ रहा है ਤਾਂ ਉਹ ਜ਼ਿਆਦਾ ਚਾਂਸਸ ਹੁੰਦੇ ਆ ਕਿ ਨਾਰਥ ਈਸਟਰਨ ਜਿਹੜੀਆਂ ਸਟੇਟਸ ਹੈਗੀਆਂ ਨੇ ਉਹਨਾਂ ਦੀ ਹੀ ਕੈਪੀਟਲ ਪੁੱਛੀ ਜਾਂਦੀ ਹੈ। ਸੋ 1 ਬਾਈ 1 ਇਹਨਾਂ ਦੀ ਕੈਪੀਟਲ ਯਾਦ ਕਰ ਲੈਣੀ ਹੈ। ਸਭ ਤੋਂ ਪਹਿਲੇ ਅਰੁਣਾਚਲ ਪ੍ਰਦੇਸ਼ ਦੀ ਤੁਹਾਡੇ ਕੋਲ ਕੀ ਹੈ ਈਟਾਨਗਰ। ਉਸ ਤੋਂ ਬਾਅਦ ਅਸਾਮ, ਯੂਜ਼ਲੀ ਅਸਾਮ 'ਚ ਕਈ ਵਾਰ ਗੁਹਾਟੀ ਆਪਸ਼ਨ ਹੁੰਦਾ ਕਿ ਗੁਹਾਟੀ ਲੱਗਦਾ ਆਪਾਂ ਨੂੰ, ਬਟ ਅਸਾਮ ਦੀ ਯਾਦ ਰੱਖਣੀ ਹੈ ਦਿਸਪੁਰ। ਫਿਰ ਮਨੀਪੁਰ ਆ ਗਿਆ, ਮਨੀਪੁਰ ਦੀ ਇੰਫਾਲ। ਸ਼ਿਲੌਂਗ ਕੀ ਦੀ ਹੈ ਮੇਘਾਲਿਆ ਦੀ, ਹੈ ਨਾ। ਉਸ ਤੋਂ ਬਾਅਦ ਕੀ ਹੈ ਮਿਜ਼ੋਰਮ ਕੀ ਦੀ ਹੈ ਇਜ਼ਵਾਲ ਦੀ। ਮਿਜ਼ੋਰਮ ਦੀ ਸੌਰੀ ਕੈਪੀਟਲ ਕਿਹੜੀ ਹੈ ਇਜ਼ਵਾਲ। ਔਰ ਨਾਗਾਲੈਂਡ ਦੀ ਕੈਪੀਟਲ ਕਿਹੜੀ ਹੈ ਕੋਹਿਮਾ। ਔਰ ਤ੍ਰਿਪੁਰਾ ਦੀ ਕਿਹੜੀ ਹੈ ਅਗਾਟਲਾ। ਠੀਕ ਹੈ, ਸੋ ਇਹ ਕੈਪੀਟਲ ਜ਼ਰੂਰ ਦੇਖ ਲੈਣੀਆਂ ਨੇ, ਕਿਤੇ ਨਾ ਕਿਤੇ ਇਹ ਤੁਹਾਨੂੰ ਪੁੱਛੀ ਜਾ ਸਕਦੀ ਹੈ। ਬਿਲਕੁਲ ਸਿੰਪਲ ਕੁਐਸਚਨ ਹੈ ਔਰ ਗਲਤ ਵੀ ਹੋ ਜਾਂਦਾ ਹੈ ਕਿਉਂਕਿ ਅਸੀਂ ਜਿਹੜੀਆਂ ਹੈਗੀਆਂ ਨੇ ਆਪਣੇ ਨਾਰਥ ਵਾਲੀਆਂ ਬਾਕੀ ਨੂੰ ਕਵਰ ਕਰ ਲੈਂਦੇ ਹਾਂ, ਲੇਕਿਨ ਇਹ ਨਾਰਥ ਈਸਟ ਵਾਲੀਆਂ ਨੇ ਇਹ ਆਪਣੇ ਕੋਲ ਰਹਿ ਜਾਂਦੀਆਂ। ਔਰ ਈਵਨ ਇਹ 7 ਸਿਸਟਰਸ ਜਿਹੜੀਆਂ ਸਟੇਟਸ ਨੇ ਇਹਨਾਂ ਦੇ ਨੇਮ ਵੀ ਇੰਪੋਰਟੈਂਟ ਹੈ, ਸਿਮਿਲਰਲੀ ਇਹਨਾਂ ਦੀ ਕੈਪੀਟਲ ਵੀ ਇੱਕ ਵਾਰ ਇਹਦੇ ਗੋ ਥਰੂ ਹੋ ਲੈਣਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਈਜ਼ੀ ਕੁਐਸਚਨ ਤੁਹਾਡਾ ਕਦੀ ਵੀ ਗਲਤ ਨਾ ਹੋਵੇ। ਉਸ ਤੋਂ ਬਾਅਦ ਜਿਹੜਾ ਲਾਸਟ ਕੁਐਸਚਨ ਅੱਜ ਵਾਲਾ ਹੈਗਾ ਇਹ 'ਚ ਆਪਾਂ ਜਿਹੜਾ ਹੈਗਾ ਪੰਜਾਬ ਹਿਮਾਲਿਆਜ਼ ਬੇਸਿਕਲੀ ਹੈ ਕਿ ਇਹ ਕਲਾਸੀਫਿਕੇਸ਼ਨ ਆਫ ਹਿਮਾਲਿਆਜ਼ ਔਨ ਦਾ ਬੇਸਿਸ ਆਫ ਜੋਗ੍ਰਾਫੀਕਲ ਲੋਕੇਸ਼ਨ। ਹਿਮਾਲਿਆਜ਼ ਆਪਾਂ ਨੂੰ ਪਤਾ ਹੈਗਾ ਜਿਹੜੀ ਇਸ ਫਾਰਮ ਦੇ ਵਿੱਚ ਆ ਉਹਨੂੰ ਆਪਾਂ 4 ਪਾਰਟਸ ਦੇ ਵਿੱਚ ਕਲਾਸੀਫਾਈ ਕੀਤਾ ਹੋਇਆ। ਉਹਨਾਂ ਚਾਰਾਂ ਦੇ ਨਾਮ ਕੀ ਕੀ ਆ ਆਪਣੇ ਕੋਲੇ। ਪਹਿਲਾ ਹੈ ਪੰਜਾਬ ਹਿਮਾਲਿਆਜ਼, ਕੁਮਾਊ ਹਿਮਾਲਿਆਜ਼, ਨੇਪਾਲ ਹਿਮਾਲਿਆਜ਼, ਅਸਾਮ ਹਿਮਾਲਿਆਜ਼, ਹੈ ਨਾ। ਤਾਂ ਹੁਣ ਇਹ ਪੰਜਾਬ ਹਿਮਾਲਿਆ ਕਿੱਥੋਂ ਲੈ ਕੇ ਕਿੱਥੇ ਤੱਕ ਆ ਇਹ ਆਪਾਂ ਡਿਸਕਸ ਕਰਨਾ ਹੈਗਾ। ਹੁਣ ਪਹਿਲਾਂ ਕੀ ਹੈ ਪਹਿਲਾਂ ਤਾਂ ਇਹਦੇ ਦੇ ਦਿਓ ਪੰਜਾਬ ਹਿਮਾਲਿਆ ਕਿੱਥੋਂ ਤੋਂ ਕਿੱਥੇ ਤੱਕ। ਕੁਐਸਚਨ ਆਲ ਦੋ ਕੋਈ ਮੈਨੂੰ ਲੱਗਦਾ ਸਾਰੇ ਇਹਦੇ 'ਚ ਤੁੱਕਾ ਲਾ ਕੇ ਵੀ ਠੀਕ ਕਰ ਲਾਂਗੇ। ਪੰਜਾਬ ਦੀ ਗੱਲ ਹੋ ਰਹੀ ਹੈ ਤਾਂ ਇੰਡਸ ਤੋਂ ਸਤਲੁਜ ਤੱਕ ਆਪਾਂ ਟਿਕ ਕਰ ਸਕਦੇ ਹਾਂ। ਸੋ ਇਹ ਇਜ਼ ਦਾ ਕਰੈਕਟ ਆਨਸਰ। ਲੇਕਿਨ ਮੇਨ ਪੁਆਇੰਟ ਕੀ ਹੈ, ਪੁਆਇੰਟ ਇਹ ਹੈ ਕਿ ਆਪਾਂ ਇਹ ਬਾਕੀ ਵੀ ਪੜ੍ਹਨੇ ਇਹਦੇ ਨਾਲ। ਕਮਾਓ ਹਿਮਾਲਿਆ ਕੀ ਹੈ, ਨੇਪਾਲ ਹਿਮਾਲਿਆ ਵਾਲਾ ਕਿਹੜਾ ਰੀਜ਼ਨ ਆ ਜਾਏਗਾ, ਔਰ ਅਸਾਮ ਹਿਮਾਲਿਆ ਵਾਲਾ। ਠੀਕ ਹੈ, 4 ਪਾਰਟਸ ਡਿਵਾਈਡ ਕਰਦੇ ਹਾਂ। ਪੰਜਾਬ ਹਿਮਾਲਿਆ ਇੰਡਸ ਰੀਵਰ ਤੋਂ ਲੈ ਕੇ ਸਤਲੁਜ ਰੀਵਰ, ਸੋ ਇਹ ਇਜ਼ ਦਾ ਕਰੈਕਟ ਆਨਸਰ। ਫਿਰ ਸਤਲੁਜ ਤੋਂ ਲੈ ਕੇ ਕਾਲੀ ਤੱਕ ਵਾਲੇ ਨੂੰ ਉਹਨੂੰ ਕੀ ਬੋਲਦੇ ਆ ਕਮਾਓ ਹਿਮਾਲਿਆ। ਫਿਰ ਕਾਲੀ ਤੋਂ ਲੈ ਕੇ ਤੀਸਤਾ ਰੀਵਰ ਤੱਕ ਆਪਣੇ ਕੋਲ ਕੀ ਆ ਜਾਏਗਾ ਨੇਪਾਲ ਹਿਮਾਲਿਆ। ਫਿਰ ਤੀਸਤਾ ਰੀਵਰ ਤੋਂ ਲੈ ਕੇ ਲਾਸਟ ਜਿਹੜਾ ਹੈਗਾ ਬ੍ਰਹਮਪੁੱਤਰਾ, ਉੱਪਰ ਦੀ ਆ ਕੇ ਬ੍ਰਹਮਪੁੱਤਰਾ ਮਿਲਦਾ, ਅਰੁਣਾਚਲ ਪ੍ਰਦੇਸ਼ ਦੀ ਐਂਟਰੀ ਹੁੰਦੀ ਹੈ ਨਾ। ਤੇ ਜਿਹੜਾ ਬ੍ਰਹਮਪੁੱਤਰਾ ਅੱਗੇ ਜਾ ਕੇ ਤੁਹਾਡੇ ਕੋਲ ਕੀ ਬਣਾਉਂਦਾ ਕੀ ਹੈ ਜਿਹੜਾ ਸੁੰਦਰਬਨਸ ਬਣਦੇ ਹੈ ਨਾ ਡੈਲਟਾਸ। ਤਾਂ ਅਲਟੀਮੇਟਲੀ ਕੀ ਹੈ ਤੀਸਤਾ ਤੋਂ ਲੈ ਕੇ ਬ੍ਰਹਮਪੁੱਤਰਾ ਤੱਕ ਉਹਨੂੰ ਆਪਾਂ ਕੀ ਬੋਲਦੇ ਹਾਂ ਅਸਾਮ ਹਿਮਾਲਿਆਜ਼। ਇਹ ਚਾਰੋਂ ਕਲਾਸੀਫਿਕੇਸ਼ਨ ਤੁਹਾਨੂੰ ਐਗਜ਼ਾਮੀਨਰ ਪੁੱਛ ਸਕਦਾ ਹੈ, ਅਦਰਵਾਈਜ਼ ਵੀ ਤੁਹਾਨੂੰ ਇਹ ਚਾਰੋਂ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਇਹ ਜਿਹੜੇ ਸੀਗੇ ਕੁਝ ਬੇਸਿਕ ਕੁਐਸਚਨ ਸੀਗੇ ਜਿਹਦੇ ਵਿੱਚ ਆਪਾਂ ਦਿੱਲੀ ਸਲਤਨਤ ਦੇ ਵਿੱਚ ਸਿਰਫ ਇੱਕ ਡਾਇਨੈਸਟੀ ਆਪਾਂ ਡਿਸਕਸ ਕੀਤੀ ਹੈ ਕਿਉਂਕਿ ਆਪਾਂ ਇੰਪੋਰਟੈਂਟ ਟੌਪਿਕਸ ਨੂੰ ਡਿਸਕਸ ਕਰ ਰਹੇ ਹਾਂ ਔਰ ਥੋੜੇ ਪੀਰੀਅਡ ਦੇ ਵਿੱਚ ਕਿਉਂਕਿ ਆਪਾਂ ਇਨ ਡਿਟੇਲ ਦੇ ਵਿੱਚ ਨਹੀਂ ਕੀਤਾ। ਸੋ ਜ਼ਿਆਦਾ MCQ ਵੀ ਨਹੀਂ ਡਿਸਕਸ ਕਰ ਰਹੇ, ਸਿਰਫ ਜੋ ਮੈਨੂੰ ਲੱਗਦਾ ਹੈ ਕਿ ਜੋ ਰਿਵੀਜ਼ਨ ਜਿਵੇਂ ਪੋਸੀਬਲ ਹੁੰਦਾ ਹੈਗਾ ਕੁਝ ਟੌਪਿਕ ਦੀ ਰਿਵੀਜ਼ਨ ਲਈ ਆਪਾਂ ਇਹ MCQ ਦੀ ਫਾਰਮ ਦੇ ਵਿੱਚ ਕੁਐਸਚਨਸ ਨੂੰ ਡਿਸਕਸ ਕੀਤਾ। ਆਈ ਹੋਪ ਕਿ ਤੁਹਾਨੂੰ ਜਿਹੜਾ ਹੈਗਾ ਇਹ ਪਸੰਦ ਆਇਆ ਹੋਊਗਾ ਲੈਕਚਰ। ਔਰ ਇਹਦੇ ਦੋਸਤੋ ਇਹਦੇ ਨਾਲ ਜਿਹੜਾ ਕੁਆਂਟੀਟੀ ਦੇ ਉੱਪਰ ਨਹੀਂ ਜਾਣਾ ਗਿਆ ਕਿ ਕੁਐਸਚਨ ਆਪਾਂ ਘੱਟ ਇਹਦੇ 'ਚ ਫਰੇਮ ਕੀਤੇ ਆ, ਸਿਰਫ ਉਹਦਾ ਕੁਆਲਿਟੀ ਦੇਖਣੀ ਹੈ ਕਿ ਕੰਟੈਂਟ ਦੇ ਵਿੱਚ ਆਪਾਂ ਕਿੰਨੇ ਇਨਡਾਇਰੈਕਟਲੀ ਕੁਐਸਚਨਸ ਨੂੰ ਆਪਾਂ ਡਿਸਕਸ ਕਰ ਲਿਆ ਗਿਆ ਹੈ ਨਾ। ਕਿਉਂਕਿ ਰਿਵੀਜ਼ਨ ਹੈ ਤਾਂ ਰਿਵੀਜ਼ਨ ਦੇ ਲਈ ਟਾਈਮ ਥੋੜੇ ਟਾਈਮ ਦੇ ਵਿੱਚ ਜ਼ਿਆਦਾ ਕੰਮ ਆਪਾਂ ਕਰਨਾ ਹੈ। ਰਿਵੀਜ਼ਨ ਤੁਸੀਂ ਆਪਣੇ ਲੈਵਲ ਤੇ ਕਰਨੀ ਹੈ, ਸਿਰਫ ਆਪਣੀ ਰਿਵੀਜ਼ਨ ਨੂੰ ਚੈੱਕ ਕਰਨ ਦੇ ਲਈ ਆਪਾਂ ਇਹ MCQs ਨੂੰ ਡਿਸਕਸ ਕਰ ਰਹੇ ਹਾਂ। ਸੋ ਅਗਰ ਤੁਹਾਨੂੰ ਜਿਹੜੀ ਸੀਰੀਜ਼ ਇਹ ਪਸੰਦ ਆ ਰਹੀ ਹੈ, ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਪੋਜ਼ਿਟਿਵ ਵਾਈਜ਼ ਪੰਜਾਬ। ਥੈਂਕ ਯੂ ਵੈਰੀ ਮਚ।